सतगुरु सतगुरु हरि ओम। गुरु जी महाराज सतनाम सत करतार तू है निरंकार। हाँ जी साध संगत जीओ, उस जगत गुरु आदि कवि गुरु भगवान दे नाम दा ओट आसरा लैके आओ विचारधारा करते हैं। दाता जी मत बख्शिश करे, समत बख्शिश करे। ओ परमात्मा ओ सतगुरु ओ तिन्हां लोकां दा मालक पालक चौं जुगां दा इक अवतारी जो सब जीवां ते रहमतां बख्शिशां दया दृष्टि करन वाला है। जो बोले सौ निरपै अजर अमृत कालदर्शी सृष्टि करता वाल्मीकि दयावान जी की जय। सौ पिछले विचार ते आ जाते हैं। सो पिछला विचार अपना मुक्ति को लैके सी। सो कौमी ग्रंथ ज्ञान प्रकाश दी अंग 792 ते शब्द आउंदे हन कि उच्चारण करते हैं महाराज। मुक्ति दे लई जो जगियासु सतगुर जी तो जुगती चाहुंदे। शब्द तां दो लैणां दा ही है, पर विच गहराइयां बहुत ने, विचार बहुत ने। सो अज दा विचार का शायद लंबा भी हो सकता है। सो पहला आप विचार कि बंदा ये जीव ये मन चाहता की है। कई तो परमात्मा तो सतगुरां तो अन्न चाहते ने, कई धन चाहते ने, कि धियां पुत्रा चाहते ने, कि जमीनां चाहते ने, कोई शान चाहते ने, कोई संसारी सुख चाहते ने। सो चाहना अपनी अपनी है, मनोकामना आपो अपनी है कि बंदा चाहता की है। जो बंदा चाहता है, जो बंदे सोच होंदी है, ये दिमाग दियां तरंगां सानू पदार्थ वाल लै तुरदियां ने। जिस पदार्थ की साडे मन अंदर इच्छा होंदी है, जो चाहना होंदी है, साड़ियाँ अकलां भी साड़ी सोच भी वो पदार्थ वाल लै जांदियां ने जीव नूं। जिहड़े पदार्थ की सानूं इच्छा होंदी है, चाहत होंदी है। सो गल सारी जिहड़ी चाहना दी है, चाहत दी है, साड़ी मनोकामना है की है। परमात्मा तो सतगुर जो असीं मंगदे हां वो बख्शण हारे ने। कुछ भी मंग लो वो बख्शण हारे ने, पर साड़ी चाहना इहो जी होवे जिस दे नाल साड़ी मुक्ति हो सके। चाहना ऐसी होवे। चाहत अपनी अपनी है, मनोकामना अपनों अपनी है। बंदा मंगदा कि जो मंगदा है सो मिलता भी इस परमात्मा पासों सतगुरा पासों मिलता है। वो बख्शण हारे ने। इत्ते हजरत ईसा मसीह कहन लगे कि तुसी रब दा बूहा खड़काओगे ना, तुहाडे वास्ते दरवाजा खुलेगा, उहदी रहमतां वाला, उहदी बख्शिशां वाला। जो मंगोगे वो तुहानूं मिलेगा। सो चाहत आपो अपनी है। कोई अन्न मंगदा, कोई धन मंगदा, कोई जल मंगदा, कोई संसारी खुशियां मंगदा। पर इत्थे
ਮੁਕਤੀ ਕੌਣ ਮੰਗਦਾ ਹੈ? ਪਿਛਲੇ ਵਿਚਾਰ ਹੋਏ ਸਨ। ਮੁਕਤੀ ਬਾਰੇ ਦੱਸਿਆ ਗਿਆ ਕਿ ਮੁਕਤੀ ਦੋ ਪ੍ਰਕਾਰ ਦੀ ਹੈ। ਪਰ ਅਸਲ ਮੁਕਤੀ ਜੀਵ ਚਾਹੁੰਦਾ ਹੈ। ਜੀਵ ਆਤਮਾ ਮੁਕਤੀ ਚਾਹੁੰਦੀ ਹੈ ਕਿ ਸਦਾ ਵਾਸਤੇ ਪ੍ਰਮਾਤਮਾ ਵਿੱਚ ਲੀਨ ਹੋ ਜਾਏ। ਉਹਦੇ ਨਾਲੋਂ ਵਿਛੜੀ ਹੈ ਇਹ ਆਤਮਾ। ਉਹਨਾਂ ਜਗਿਆਸੂ ਜਨਾਂ ਦੀ ਗੱਲ ਹੈ ਜੋ ਮੁਕਤੀ ਚਾਹੁੰਦੇ ਨੇ, ਜਿਨ੍ਹਾਂ ਦੀ ਚਾਹਤ ਮਨੋਕਾਮਨਾ ਇੱਕੋ ਹੈ, ਮੁਕਤੀ। ਮੁਕਤੀ ਦੇ ਲਈ ਜੋ ਜਗਿਆਸੂ ਸਤਿਗੁਰੂ ਜੀ ਤੋਂ ਜੁਗਤੀ ਚਾਹੁੰਦੇ, ਜਿਹਨਾਂ ਦੀ ਚਾਹਨਾ ਇੱਕੋ ਹੈ ਕਿ ਉਹ ਮੁਕਤੀ ਨੂੰ ਪਾਉਣ, ਜਨਮ ਮਰਨ ਤੋਂ ਦੁਨੀਆ ਦੇ ਭਵ ਸਾਗਰ ਨੂੰ ਪਾਰ ਉਤਾਰਾ ਕਰ ਲੈਣ, ਨਾ ਮੁੜ ਕੇ ਜਨਮ ਵਿੱਚ ਆਉਣ ਤਾਂ ਨਾ ਮੁੜ ਕੇ ਮਰਨ ਵਿੱਚ ਆਉਣ, ਸਦਾ ਵਾਸਤੇ ਜੋਤੀ ਜੋਤ ਸਮਾ ਜਾਣ, ਪਰਮਾਤਮਾ ਸਮਾ ਜਾਣ ਜਿੱਥੋਂ ਆਏ ਆ। ਸੇ ਮੁਕਤੀ ਦਾ ਗਿਆਨ ਬਹੁਤ ਹੀ ਘੱਟ ਜੀਵਾਂ ਨੂੰ ਹੁੰਦਾ ਹੈ, ਜਿਹਨਾਂ ਨੂੰ ਸੋਝੀ ਹੁੰਦੀ ਕਿ ਅਸੀਂ ਮੁਕਤੀ ਪਾਉਣ ਸੰਸਾਰ ਤੇ ਆਏ ਹਾਂ, ਕਿ ਨਾ ਕਿ ਲੜਾਈਆਂ ਝਗੜੇ ਵਾਸਤੇ, ਸੰਸਾਰੀ ਸੁੱਖਾਂ ਵਾਸਤੇ, ਧੀਆਂ ਪੁੱਤਰਾਂ ਦੇ ਪਾਲਣ ਪੋਸ਼ਣ ਵਾਸਤੇ ਅਸੀਂ ਨਹੀਂ ਆਏ। ਅਸੀਂ ਮੁਕਤੀ ਪਾਉਣ ਵਾਸਤੇ ਆਏ ਹਾਂ, ਸੋ ਮੁਕਤੀ ਪਾਉਣੀ ਹੈ। ਤੇ ਮੁਕਤੀ ਜੁਗਤੀ ਤੋਂ ਬਿਨਾਂ ਨਹੀਂ ਮਿਲਦੀ। ਉਹ ਜੁਗਤੀ ਸੰਤਾਂ ਕੋਲ ਲੈਣੀ ਪੈਂਦੀ ਹੈ, ਗੁਰੂਆਂ ਪੀਰਾਂ ਕੋਲ ਲੈਣੀ ਪੈਂਦੀ ਹੈ, ਕਿਉਂਕਿ ਉਹਨਾਂ ਕੋਲ ਹੈ। ਸੋ ਗੱਲ ਚਾਹਦੀ ਹੈ, ਜੋ ਚਾਹੁੰਦੇ ਨੇ ਮੁਕਤੀ ਉਹ ਸੰਤਾਂ ਦੇ ਦੁਆਰੇ ਜਾਂਦੇ ਨੇ, ਗੁਰੂਆਂ ਦੇ ਦੁਆਰੇ ਜਾਂਦੇ ਨੇ ਤੇ ਮੁਕਤੀ ਦੀ ਇੱਛਾ ਰੱਖਦੇ ਨੇ। ਸੋ ਇੱਥੇ ਰਾਜਾ ਅਸ਼ਟਨੇਮੀ ਹੋਏ ਨੇ। ਰਾਜਾ ਅਸ਼ਟਨੇਮੀ ਜੀ ਹੋਏ ਨੇ। ਸੋ ਆਪਣਾ ਰਾਜ ਭਾਗ ਤਿਆਗ ਕੇ ਉਸ ਪਰਮਾਤਮਾ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਸਿਮਰਨ ਵਿੱਚ ਲੀਨ ਹੋ ਜਾਂਦੇ ਨੇ। ਉਹਨਾਂ ਦੀ ਭਗਤੀ ਪ੍ਰਵਾਨ ਹੁੰਦੀ ਹੈ। ਸੋ ਦੇਵ ਲੋਕ ਤੋਂ ਦੇਵਤੇ ਆਉਂਦੇ ਨੇ, ਨਮਸਕਾਰ ਪ੍ਰਣਾਮ ਕਰਦੇ ਨੇ ਕਿ ਤੁਹਾਡੀ ਭਗਤੀ ਬਹੁਤ ਹੈ, ਸਿਮਰਨ ਬਹੁਤ ਹੈ, ਕਿ ਚਲੋ ਤੁਹਾਨੂੰ ਸਵਰਗਪੁਰੀ ਵਿੱਚ ਲੈ ਜਾਂਦੇ ਹਾਂ, ਤੁਸੀਂ ਸਵਰਗ ਦੇ ਹੱਕਦਾਰ ਹੋ, ਤੁਹਾਨੂੰ ਸਵਰਗਪੁਰੀ ਵਿੱਚ ਕਰ ਦਿੰਦੇ ਹਾਂ, ਚਲੋ ਸਾਡੇ ਨਾਲ ਤੁਹਾਡੀ ਭਗਤੀ ਬਹੁਤ ਹੈ, ਪ੍ਰਸੰਨ ਅਸੀਂ ਤੁਹਾਡੀ ਭਗਤੀ ਤੋਂ। ਦੇਵਪੁਰੀ ਤੋਂ ਦੇਵਤੇ ਆਉਂਦੇ ਨੇ। ਸੋ ਰਾਜਾ ਅਸ਼ਟਨੇਮੀ ਪੁੱਛਦੇ ਨੇ ਤੁਹਾਡੇ ਸਵਰਗ ਵਿੱਚ ਹੈ ਕੀ ਹੈ, ਸਵਰਗ ਕੀ ਹੈ? ਸੋ ਦੇਵਤਿਆਂ ਨੇ ਦੱਸਣਾ ਕੀਤਾ ਕਿ ਸਾਡੇ ਸਵਰਗ ਵਿੱਚ ਇਹੋ ਜਿਹੇ ਸੁੱਖ ਨੇ ਤੇ ਇਹੋ ਜਿਹੇ ਦੁੱਖ ਨੇ। ਦੁੱਖ ਵੀ ਦੱਸਣੇ ਕੀਤੇ ਸਵਰਗ ਦੇ ਤੇ ਸੁੱਖ ਵੀ ਦੱਸਣੇ ਕੀਤੇ। ਜਦੋਂ ਸਾਰਾ ਵਿਚਾਰ ਕੀਤਾ ਮਨ ਦੇ ਨਾਲ ਕਿ ਨਹੀਂ ਦੇਵ ਲੋਕ, ਸਾਨੂੰ ਤੁਹਾਡਾ ਸਵਰਗ ਨਹੀਂ ਚਾਹੀਦਾ, ਸਾਡੀ ਇੱਛਾ, ਸਾਡੀ ਚਾਹਤ ਇਹੋ ਹੈ, ਉਹ ਹੈ ਮੁਕਤੀ। ਅਸੀਂ ਦੁਨੀਆ ਦੇ ਭਵ ਸਾਗਰ ਤੋਂ, ਇਹ ਜਨਮ ਤੋਂ, ਇਹ ਮਰਨ ਤੋਂ ਮੁਕਤੀ ਪਾਉਣਾ ਚਾਹੁੰਦੇ ਹਾਂ। ਜੇ ਮੁਕਤੀ ਸਾਨੂੰ ਦੇ ਸਕਦੇ ਹੋ ਤਾਂ ਅਸੀਂ ਆਪ ਦੇ ਨਾਲ ਚੱਲਦੇ ਹਾਂ, ਨਹੀਂ ਤਾਂ ਨਹੀਂ। ਕਿ ਸਾਨੂੰ ਸਵਰਗ ਦੀ ਲੋੜ ਨਹੀਂ ਹੈ, ਸਾਨੂੰ ਮੁਕਤੀ ਦੀ ਇੱਛਾ ਹੈ। ਸੁਦੇਵ ਲੋਕ, ਇੰਦਰ ਦੇਵਤਾ ਕਹਿਣ ਲੱਗੇ ਜੇ ਤੁਹਾਨੂੰ ਮੁਕਤੀ ਦੀ ਇੱਛਾ ਹੈ ਤਾਂ ਇਸ ਵੇਲੇ ਮਾਤ ਲੋਕ ਉੱਤੇ ਉਹ ਬ੍ਰਹਮ ਰੂਪ, ਉਹ ਭਗਵਾਨ ਮਹਰਸ਼ੀ ਆਦਿ ਕਵੀ ਵਿਰਾਜਮਾਨ ਨੇ, ਤੁਹਾਨੂੰ ਉਹਨਾਂ ਦੇ ਚਰਨਾਂ ਵਿੱਚ ਲੈ ਜਾਂਦੇ ਹਾਂ। ਉਹੀ ਤੁਹਾਨੂੰ ਮੁਕਤੀ ਦੇ ਸਕਦੇ ਨੇ ਆਪਣਾ ਗਿਆਨ ਬਖਸ਼ਿਸ਼ ਕਰਕੇ। ਅਸੀਂ ਤੁਹਾਨੂੰ ਮੁਕਤੀ ਦਈਏ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਸੋ ਅਸੀਂ ਵੀ ਵਿਚਾਰ ਕਰੀਏ, ਸਿੱਖਿਆ ਲਈਏ। ਭਾਈ ਦੇਵੀ ਦੇਵਤੇ ਦੀ ਪੂਜਾ ਨੂੰ ਛੱਡ ਕੇ
ਬੰਦਗੀ ਨੂੰ ਛੱਡ ਕੇ ਸੱਚਿਆਂ ਸਤਿਗੁਰਾਂ ਦੇ ਚਰਨੀ ਲੱਗੀਏ, ਸੱਚਿਆਂ ਰਹਿਬਰਾਂ ਦੇ ਗੁਰੂਆਂ ਦੇ ਚਰਨੀ ਲੱਗੀਏ, ਉਹਨਾਂ ਤੋਂ ਗਿਆਨ ਲਈਏ, ਸ਼ਬਦ ਲਈਏ, ਸ਼ਲੋਕ ਲਈਏ, ਜੁਗਤੀ ਲਈਏ, ਢੰਗ ਲਈਏ, ਤਾਂ ਜੋ ਅਸੀਂ ਮੁਕਤੀ ਨੂੰ ਪਾ ਸਕੀਏ। ਸਾਡਾ ਅਸਲ ਉਦੇਸ਼ ਜੀਵਨ ਦਾ ਇਹੀ ਹੈ ਕਿ ਅਸੀਂ ਮੁਕਤੀ ਨੂੰ ਪਾਉਣ ਆਏ ਹਾਂ। ਇਹ ਜੂਨੀ ਸਾਨੂੰ ਇਸੇ ਵਾਸਤੇ ਮਿਲੀ ਹੈ, ਨਾ ਕਿ ਲੜਾਈਆਂ ਝਗੜਿਆਂ ਵਾਸਤੇ। ਇਹ ਜਨਮ ਮਿਲਿਆ ਹੈ ਮੁਕਤੀ ਨੂੰ ਪਾਉਣ ਵਾਸਤੇ, ਇੱਕ ਮੌਕਾ ਮਿਲਿਆ ਹੈ ਸਾਨੂੰ। 1,84 ਭੋਗਦਿਆਂ ਅਸੀਂ ਮੁਕਤੀ ਨੂੰ ਪਾ ਸਕੀਏ ਇਸ ਜਨਮ ਵਿੱਚ ਆ ਕੇ, ਕਿਉਂਕਿ ਇਹੀ ਜਨਮ ਹੈ ਮੁਕਤੀ ਨੂੰ ਪਾਉਣ ਦਾ, ਦੂਸਰਾ ਜਨਮ ਨਹੀਂ ਹੈ। ਤੇ ਸੰਤਾਂ, ਰਹਿਬਰਾਂ, ਗੁਰੂਆਂ, ਪੀਰਾਂ ਦੀ ਜੁਗਤੀ ਤੋਂ ਬਿਨਾਂ ਇਹ ਮੁਕਤੀ ਮਿਲਣ ਵਾਲੀ ਹੈ ਨਹੀਂ। ਦੇਵੀ ਦੇਵਤੇ ਵੀ ਸਾਨੂੰ ਮੁਕਤੀ ਪ੍ਰਦਾਨ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਕੋਲ ਜੁਗਤੀ ਹੈ ਨਹੀਂ, ਸੰਤਾਂ ਕੋਲ ਹੈ। ਸੋ ਇੰਦਰ ਦੇਵਤਾ ਨੇ ਕਹਿਣਾ ਕੀਤਾ ਕਿ ਚਲੋ ਤੁਹਾਨੂੰ ਮਹਾਰਿਸ਼ੀ ਵਾਲਮੀਕ ਮਹਾਰਾਜ ਦੇ ਚਰਨਾਂ ਵਿੱਚ ਲੈ ਚੱਲਦੇ, ਉਹੀ ਤੁਹਾਨੂੰ ਮੁਕਤੀ ਬਖਸ਼ਣਗੇ। ਉਹ ਮੁਕਤੀ ਦੇ ਦਾਤਾ ਨੇ। ਸੋ ਰਾਜਾ ਅਸ਼ਟਨੇਮੀ ਸਤਿਗੁਰੂ ਵਾਲਮੀਕ, ਆਦਿ ਕਵੀ ਵਾਲਮੀਕ, ਜਗਤ ਗੁਰੂ ਵਾਲਮੀਕ ਦੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ, ਅਰਜ਼ੋਈ ਕਰਦੇ ਨੇ, ਅਰਦਾਸ ਰੱਖਦੇ ਨੇ, ਬੇਨਤੀ ਰੱਖਦੇ ਨੇ ਕਿ ਪਰਮਾਤਮਾ ਸਤਿਗੁਰੂ ਗੁਰੂ ਭਗਵਾਨ, ਕਿ ਸਾਨੂੰ ਮੁਕਤੀ ਦੀ ਇੱਛਾ ਹੈ, ਨਾ ਕਿ ਸੰਸਾਰੀ ਸੁੱਖਾਂ ਦੀ, ਨਾ ਦੇਵਤਿਆਂ ਦੇ ਸਵਰਗ ਦੀ। ਸਾਨੂੰ ਮੁਕਤੀ ਦੀ ਇੱਛਾ ਹੈ। ਭਜਨ ਕਰਦੇ ਆ, ਬੰਦਗੀ ਕਰਦੇ ਆ, ਮੁਕਤੀ ਵਾਸਤੇ ਕਰਦੇ ਆ। ਸਾਨੂੰ ਮੁਕਤੀ ਦੀ ਇੱਛਾ ਹੈ। ਮੁਕਤੀ ਬਾਰੇ ਸਾਨੂੰ ਢੰਗ ਦਿਓ, ਯੋਗ ਦਿਓ, ਜੁਗਤੀ ਦਿਓ, ਤਾਂ ਜੋ ਅਸੀਂ ਮੁਕਤੀ ਨੂੰ ਪਾ ਸਕੀਏ। ਸੋ ਸਤਿਗੁਰੂ ਵਾਲਮੀਕ ਮਹਾਰਾਜ ਦਇਆ ਦ੍ਰਿਸ਼ਟੀ ਵਿੱਚ ਆਉਂਦੇ ਨੇ, ਦਇਆ ਦ੍ਰਿਸ਼ਟੀ ਕਰਦੇ ਨੇ, ਤੇ ਆਪਣੀ ਬਾਣੀ ਦਾ, ਧੁਰਕੀ ਬਾਣੀ ਦਾ, ਇਲਾਹੀ ਬਾਣੀ ਦਾ, ਜੋਗ ਵਿਸ਼ੇਸ਼ ਦੀ ਬਾਣੀ ਦਾ ਗਿਆਨ ਬਖਸ਼ਿਸ਼ ਕਰਦੇ ਨੇ, ਸ਼ਬਦ ਗਿਆਨ ਬਖਸ਼ਿਸ਼ ਕਰਦੇ ਨੇ। ਸ਼ਬਦ ਗਿਆਨ ਦੇ ਨਾਲ ਜੁਗਤੀ ਦਿੰਦੇ ਨੇ, ਢੰਗ ਦਿੰਦੇ ਨੇ, ਤੇ ਮੁਕਤੀ ਦੇ ਦੁਆਰੇ ਤੇ ਪਹੁੰਚਾਉਣਾ ਕਰ ਦਿੰਦੇ ਨੇ। ਪਾ ਲਿਆ ਮੁਕਤੀ ਨੂੰ ਸਤਿਗੁਰਾਂ ਦੀ ਰਹਿਮਤ ਸਦਕਾ, ਜੁਗਤੀ ਸਦਕਾ, ਗਿਆਨ ਸਦਕਾ। ਸੋ ਇਹ ਤਾਂ ਉਹਨਾਂ ਦੀ ਗੱਲ ਸੀ ਭਾਈ, ਜਿਨ੍ਹਾਂ ਦੇ ਅੰਦਰ ਚਾਹਨਾ ਆਈ ਕਿ ਮੁਕਤੀ ਦੇ ਲਈ ਜੋ ਜਗਿਆਸੂ ਸਤਿਗੁਰੂ ਜੀ ਤੋਂ ਜੁਗਤੀ ਚਾਹੁੰਦੇ। ਇਹ ਤਾਂ ਉਹਨਾਂ ਦੀ ਗੱਲ ਸੀ ਜਿਨ੍ਹਾਂ ਅੰਦਰ ਚਾਹਨਾ ਆਈ, ਚਾਹਤ ਆਈ ਕਿ ਅਸੀਂ ਮੁਕਤੀ ਨੂੰ ਪਾਉਣਾ ਹੈ, ਕੇਵਲ ਤੇ ਕੇਵਲ ਮੁਕਤੀ ਨੂੰ ਪਾਉਣਾ ਹੈ। ਹੋਰ ਪਦਾਰਥ ਦੀ ਸਾਨੂੰ ਖਿੱਚ ਕੋਈ ਨਹੀਂ, ਰਾਜ ਭਾਗ ਦੀ ਸਾਨੂੰ ਖਿੱਚ ਨਹੀਂ, ਧਨ ਦੌਲਤ ਦੀ ਸਾਨੂੰ ਖਿੱਚ ਨਹੀਂ। ਸਾਨੂੰ ਖਿੱਚ ਹੈ ਮੁਕਤੀ ਦੀ। ਜਿਹੜੀ ਮੁਕਤੀ ਦੀ ਇੱਛਾ ਰੱਖਦੇ ਨੇ ਉਹ ਸੰਤਾਂ ਦੇ ਚਰਨੀ ਜਾਂਦੇ ਨੇ, ਜੁਗਤੀ ਲੈਂਦੇ ਨੇ, ਢੰਗ ਲੈਂਦੇ ਨੇ, ਸ਼ਬਦ ਲੈਂਦੇ ਨੇ, ਗਿਆਨ ਲੈਂਦੇ ਨੇ, ਤੇ ਮੁਕਤੀ ਦੁਆਰੇ ਪਹੁੰਚ ਜਾਂਦੇ ਨੇ, ਜੀਵ ਮੁਕਤ ਹੋ ਜਾਂਦੇ ਨੇ, ਸਦਾ ਵਾਸਤੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ। ਜਿਨ੍ਹਾਂ ਅੰਦਰ ਚਾਹਤ ਹੁੰਦੀ ਹੈ ਕਿ ਮੈਂ ਮੁਕਤੀ ਨੂੰ ਪਾਉਣਾ ਹੈ। ਹੁਣ ਦੇਖੋ, ਸੰਸਾਰ ਤੋਂ ਜਾਣਾ ਅਸਾਂ ਵੀ ਹੈ, ਸੰਸਾਰ ਤੋਂ ਜਾਣਾ ਤੁਸੀਂ ਵੀ ਹੈ, ਕਿਉਂਕਿ ਜਿਸ ਦੀ ਸ਼ੁਰੂਆਤ ਹੈ ਉਹਦਾ ਅੰਤ ਵੀ ਹੈ, ਜਿਸ ਦਾ ਜਨਮ ਹੈ ਉਹਦੀ ਮੌਤ ਵੀ ਹੈ। ਸੋ ਮਰਨ ਵੇਲੇ ਜਦੋਂ ਆਖਰੀ ਸਮਾਂ ਆਉਂਦਾ ਹੈ, ਉਸ ਵੇਲੇ ਜੇਕਰ ਅਸੀਂ ਖਿੱਚ ਰੱਖਦੇ ਹਾਂ ਧੀਆਂ ਪੁੱਤਰਾਂ ਦੀ, ਧਨ ਦੀ, ਦੌਲਤ ਦੀ, ਜ਼ਮੀਨਾਂ ਦੀ, ਸੰਸਾਰੀ ਸੁੱਖਾਂ ਦੀ ਖਿੱਚ ਰੱਖਦੇ ਹਾਂ, ਸਾਡੇ ਸੁਰਤ ਵਿੱਚ ਸੰਸਾਰੀ ਸੁੱਖ ਆਉਂਦੇ ਨੇ, ਸੰਸਾਰ ਹੁੰਦਾ ਹੈ, ਤਾਂ ਅਸੀਂ ਭਟਕਣਾ ਵਿੱਚ ਪਵਾਂਗੇ, ਫਿਰ ਜੂਨਾਂ ਵਿੱਚ ਆਵਾਂਗੇ। ਜੇ ਆਖਰੀ ਸਵਾਸ ਤੇ ਸਾਡੀ ਇੱਛਾ, ਸਾਡੀ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਇਹ ਹੁੰਦੀ ਹੈ ਕਿ ਪਰਮਾਤਮਾ ਸਿਰਜਣਹਾਰੇ ਸਾਨੂੰ ਮੁਕਤੀ ਬਖਸ਼ਿਸ਼ ਕਰ, ਆਪਣੇ ਕਮਲ ਚਰਨ ਬਖਸ਼ਿਸ਼ ਕਰ, ਤੇਰੇ ਵਾਸਤੇ ਸਦਾ ਵਿੱਚ ਲੀਨ ਹੋ ਜਾਈਏ, ਤੇਰੇ ਵਿੱਚ ਸਦਾ ਵਾਸਤੇ ਲੀਨ ਹੋ ਜਾਈਏ। ਇਹ ਸਾਡੀ ਅਰਦਾਸ ਬੇਨਤੀ ਹੈ। ਹੋਰ ਇੱਛਾ ਕੋਈ ਨਹੀਂ, ਜਾਗਰਤੀ ਕੋਈ ਨਹੀਂ, ਕਾਮਨਾ ਕੋਈ ਨਹੀਂ। ਹੁਣ ਆਖਰੀ ਵੇਲੇ ਇਹੀ ਇੱਛਾ ਹੈ ਕਿ ਤੇਰੇ ਵਿੱਚ ਲੀਨ ਹੋਣਾ ਹੈ, ਮੁਕਤੀ ਨੂੰ ਪਾਉਣਾ ਹੈ, ਤੇ ਮੁਕਤੀ ਬਖਸ਼ਿਸ਼ ਕਰ। ਸੋ ਆਖਰੀ ਸਮੇਂ ਵੀ ਸਾਡੇ ਸਵਾਸਾਂ ਤੇ ਇਹੀ ਹੋਏ ਕਿ ਪਰਮਾਤਮਾ ਮੁਕਤੀ ਦੇ, ਮੁਕਤੀ ਦੇ, ਨਾ ਕਿ ਸੰਸਾਰੀ ਸੁੱਖ, ਨਾ ਕਿ ਧੀਆਂ ਪੁੱਤਰਾਂ ਦੇ ਸੁੱਖ, ਨਾ ਕਿ ਧਨ ਦੌਲਤਾਂ, ਨਾ ਕਿ ਰਾਜ ਭਾਗ। ਜੇ ਸੰਸਾਰ ਮੰਗਦੇ ਹਾਂ ਤਾਂ ਬਾਰ-ਬਾਰ
ਜੂਨਾਂ ਵਿੱਚ ਆਵਾਂਗੇ, 84 ਦੇ ਗੇੜ 'ਚ ਆਵਾਂਗੇ। ਸੋ ਅੰਤ ਵੇਲੇ ਮੁਕਤੀ ਮੰਗੀਏ, ਮੁਕਤੀ ਮੰਗਣੀ ਹੈ, ਸੰਸਾਰੀ ਪਦਾਰਥ ਨਹੀਂ ਮੰਗਣੇ। ਸੇ ਉਹਨਾਂ ਦੀ ਗੱਲ ਸੀ ਜਿਨ੍ਹਾਂ ਨੇ ਅੰਦਰ ਮੁਕਤੀ ਪਾਉਣ ਦੀ ਇੱਛਾ ਸੀ ਤੇ ਮੁਕਤੀ ਪਾਈ। ਹੁਣ ਇੱਦਾਂ ਹੀ ਸੰਤ ਮਹਾਂਪੁਰਖ ਸੰਸਾਰ 'ਚ ਵਿਚਰਦੇ ਨੇ, ਕਿਉਂਕਿ ਸੰਤ ਮਹਾਂਪੁਰਖ ਉਹ ਵਿਛੜੀਆਂ ਰੂਹਾਂ ਦੇ ਪਰਮਾਤਮਾ ਦੇ ਨਾਲ ਮੇਲ ਮਿਲਾਪ ਕਰਾਉਣ ਵਾਸਤੇ ਸੰਸਾਰ 'ਤੇ ਆਉਂਦੇ ਨੇ। ਅਸੀਂ ਪਰਮਾਤਮਾ ਨਾਲ ਵਿਛੜੇ ਹੋਏ ਹਾਂ, ਸਾਡੀ ਆਤਮਾ ਵੀ ਪਰਮਾਤਮਾ ਨਾਲ ਵਿਛੜੀ ਹੋਈ ਹੈ, ਅਤੇ ਵਿਛੜੀਆਂ ਰੂਹਾਂ ਦੇ ਮੇਲ ਮਿਲਾਪ ਕਰਾਉਣ ਵਾਸਤੇ ਸੰਤ ਮਹਾਂਪੁਰਖ ਆਉਂਦੇ ਨੇ, ਗੁਰੂ ਆਉਂਦੇ ਨੇ, ਪੀਰ ਪੈਗੰਬਰ ਆਉਂਦੇ ਨੇ, ਢੰਗ ਤਰੀਕਾ ਬਖਸ਼ਿਸ਼ ਕਰਦੇ ਨੇ ਅਤੇ ਵਿਛੜੀਆਂ ਰੂਹਾਂ ਦਾ ਮੇਲ ਮਿਲਾਪ ਕਰਾਉਂਦੇ ਨੇ। ਇੱਕ ਸੰਤ ਇੱਕ ਰੱਬ ਦਾ ਰੂਪ ਹੁੰਦਾ ਹੈ, ਚਲਦੀ ਫਿਰਦੀ ਜੋਤ ਹੁੰਦੀ ਹੈ। ਜੇ ਬਾਣੀ 'ਚ ਆਉਂਦਾ ਹੈ, ਕੌਮੀ ਬਾਣੀ, ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੀ ਬਾਣੀ ਵਿੱਚ ਆਉਂਦਾ ਹੈ ਕਿ ਸੰਤ ਬੋਲਦੇ ਰੱਬ ਬੋਲਦਾ, ਰੱਬ ਦੀ ਸੰਤ ਜਵਾਨ, ਤੁਰਦੇ ਫਿਰਦੇ ਬਖਸ਼ਦੇ ਸੰਤ ਪ੍ਰਭੂ ਦਾ ਨੂਰੀ ਗਿਆਨ। ਨੂਰੀ ਗਿਆਨ, ਜਿਹੜੇ ਗਿਆਨ ਦੇ ਨਾਲ ਸਾਨੂੰ ਮੁਕਤੀ ਮਿਲਣੀ ਹੈ, ਉਹ ਗਿਆਨ ਬਖਸ਼ਿਸ਼ ਕਰਦੇ ਨੇ ਸੰਤ ਮਹਾਂਪੁਰਖ। ਚਲਦੀ ਫਿਰਦੀ ਜੋਤ ਹੈ ਪਰਮਾਤਮਾ ਦੀ, ਚੱਲਦਾ ਫਿਰਦਾ ਨੂਰ ਹੈ ਪਰਮਾਤਮਾ ਦਾ, ਚੱਲਦਾ ਫਿਰਦਾ ਰੂਪ ਆਕਾਰ ਹੈ ਪਰਮਾਤਮਾ ਦਾ ਇੱਕ ਸੰਤ, ਸਤਿਗੁਰੂ ਪੂਰਨ। ਸੰਤ ਬੋਲਦੇ ਰੱਬ ਬੋਲਦਾ, ਜੋ ਸੰਤ ਨੇ ਬੋਲ ਦੇਣਾ ਸਮਝ ਲਓ ਕਿ ਰੱਬ ਨੇ ਬੋਲ ਦਿੱਤਾ, ਇੱਕੋ ਗੱਲ ਹੈ, ਫਰਕ ਕੋਈ ਨਹੀਂ। ਸੰਤ ਬੋਲਦੇ ਰੱਬ ਬੋਲਦਾ, ਰੱਬ ਦੀ ਸੰਤ ਜ਼ੁਬਾਨ, ਤੁਰਦੇ ਫਿਰਦੇ ਬਖਸ਼ਦੇ ਸੰਤ ਪ੍ਰਭੂ ਦਾ ਨੂਰੀ ਗਿਆਨ। ਉਹ ਨੂਰੀ ਗਿਆਨ, ਉਹ ਇਲਾਹੀ, ਉਹ ਤੁਰਕੀ ਬਾਣੀ, ਉਹ ਤੁਰਕਾ ਸ਼ਬਦ, ਉਹ ਤੁਰਕਾ ਗਿਆਨ, ਜਿਹੜੇ ਗਿਆਨ ਦੇ ਨਾਲ ਸਾਨੂੰ ਮੁਕਤੀ ਮਿਲਣੀ, ਉਹ ਸੰਤਾਂ ਕੋਲ ਹੈ, ਮਹਾਂਪੁਰਖਾਂ ਕੋਲ ਹੈ, ਗੁਰੂਆਂ ਕੋਲ ਹੈ। ਸੋ ਇੱਦਾਂ ਹੀ ਸੰਸਾਰ 'ਚ ਸੰਤ ਲੋਕ ਵਿਚਰਦੇ ਨੇ, ਸਤਿਗੁਰੂ ਵਿਚਰਦੇ ਨੇ। ਇੱਕ ਦਰ 'ਤੇ ਜਾ ਕੇ ਹੁੱਕਾ ਦਿੰਦੇ ਨੇ, ਅਰਥ ਜਗਾਉਂਦੇ ਨੇ ਕਿ ਹਰੀ ਲੈ ਲਓ, ਪਰਮਾਤਮਾ ਲੈ ਲਓ, ਸ਼ਬਦ ਲੈ ਲਓ, ਗਿਆਨ ਲੈ ਲਓ, ਅਲਖ ਜਗਾਉਂਦੇ ਨੇ। ਤੋ ਉਸ ਘਰ ਦੇ ਬਜ਼ੁਰਗ ਲੋਕ ਬੜਾ ਸਤਿਕਾਰ ਕਰਦੇ ਨੇ, ਆਦਰ ਕਰਦੇ ਨੇ ਸੰਤਾਂ ਦਾ। ਕਿਉਂ ਸੰਤ ਮਹਾਂਪੁਰਖ ਵਿਰਾਜੋ, ਪੈਰ ਧੋਂਦੇ ਨੇ, ਚਰਨ ਧੋਂਦੇ ਨੇ, ਬਿਠਾਉਂਦੇ ਨੇ ਆਪਣੇ ਗ੍ਰਹਿ ਅੰਦਰ, ਸੇਵਾ ਬੰਦਗੀ ਕਰਦੇ ਨੇ, ਅੰਨ ਭੰਡਾਰੇ ਛਕਾਉਂਦੇ ਨੇ। ਅਤੇ ਸੰਤਾਂ ਦੀ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ ਬਜ਼ੁਰਗ 'ਤੇ। ਕਹਿਣਗੇ ਪੁਰਖਾ ਚੱਲ ਤੈਨੂੰ ਭਵ ਸਾਗਰ ਤੋਂ ਪਾਰ ਕਰ ਦਈਏ, ਤੈਨੂੰ ਮੁਕਤ ਕਰ ਦਈਏ ਜਨਮ ਮਰਨ ਤੋਂ, ਇਸ ਸੰਸਾਰ ਦੀ ਆਉਣੀ ਜਾਣੀ ਤੋਂ ਤੈਨੂੰ ਮੁਕਤ ਕਰ ਦਈਏ, ਤੈਨੂੰ ਮੋਕਸ਼ ਦੀ ਬਖਸ਼ਿਸ਼ ਕਰ ਦਈਏ। ਦੱਸ ਤੂੰ ਕੀ ਚਾਹੁੰਦਾ ਹੈ? ਮੁਕਤੀ ਚਾਹੁੰਦਾ ਹੈ? ਜੇ ਮੁਕਤੀ ਚਾਹੁੰਦਾ ਹੈ, ਤੇਰੇ ਸ਼ਬਦ ਦਿੰਦੇ ਹਾਂ, ਗਿਆਨ ਦਿੰਦੇ ਹਾਂ, ਜੋਤੀ ਦਿੰਦੇ ਹਾਂ, ਢੰਗ ਦਿੰਦੇ ਹਾਂ, ਤੂੰ ਮੁਕਤੀ ਨਹੀਂ ਪਾ ਸਕਦਾ ਹੈ। ਇਹ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ। ਸਾਡੀ ਦਰਿਆ ਦ੍ਰਿਸ਼ਟੀ ਤੇਰੇ 'ਤੇ ਹੋ ਗਈ ਹੈ, ਤੈਨੂੰ ਹੁਣ ਅਸੀਂ ਸੰਸਾਰ ਤੋਂ ਮੁਕਤ ਹੀ ਕਰ ਦੇਣਾ ਹੈ। ਸਾਡੀ ਦਇਆ ਦ੍ਰਿਸ਼ਟੀ ਤੋਂ ਪਾਤਰ ਬਣ ਗਿਆ। ਬਜ਼ੁਰਗਾਂ ਸੇਵਾ ਕੀਤੀ, ਸੰਤਾਂ ਦੀ, ਕਹਿਣ ਲੱਗੇ ਕਿ ਨਹੀਂ ਮਹਾਂਪੁਰਖ ਬਾਬਾ ਜੀ, ਕਿ ਸਾਨੂੰ ਅਜੇ ਮੁਕਤੀ ਦੀ ਇੱਛਾ ਨਹੀਂ ਹੈ, ਗੱਲ ਸਾਰੀ ਚਾਹੁਣ ਦੀ ਹੈ, ਚਾਹਤ ਦੀ ਹੈ। ਉਧਰ ਰਾਜਾ ਅਸ਼ਟਨੇਮੀ ਜੀ ਨੇ ਇਹ ਚਾਹਤ ਰੱਖੀ ਸੀ ਨਾ, ਰਾਜ ਭਾਗ ਨੂੰ ਤਿਆਗ ਕੇ, ਕਿ ਸਾਨੂੰ ਮੁਕਤੀ ਦੀ ਇੱਛਾ ਹੈ। ਪਰ ਇੱਥੇ ਬਜ਼ੁਰਗ ਕੀ ਕਹਿੰਦਾ ਹੈ? ਕਹਿੰਦਾ ਸੰਤਾਂ ਨੂੰ ਕਿ ਸਾਨੂੰ ਅਜੇ ਮੁਕਤੀ ਦੀ ਇੱਛਾ ਨਹੀਂ ਹੈ। ਮੇਰੇ ਪੁੱਤਰ ਨੇ, ਨਿਕੰਮੇ ਨੇ, ਖੇਤੀਬਾੜੀ ਦਾ ਕੰਮ ਹੈ, ਜ਼ਿਮੀਂਦਾਰ ਹੈ, ਜਿੰਨਾ ਦਾ ਕੰਮ ਮੈਂ ਕਹਿ ਦਿੰਦਾ ਹਾਂ ਉਹਨਾਂ ਦਾ ਕੰਮ ਇਹ ਕਰ ਲੈਂਦੇ ਨੇ। ਅਤੇ ਜੇ ਮੈਂ ਹੋ ਗਿਆ ਮੁਕਤੀ ਦੀ ਵੱਲ, ਬੰਦਗੀ ਦੇ ਵੱਲ, ਤੇ ਕੀ ਕਰਨਗੇ? ਭੁੱਖੇ ਪਿਆਸੇ ਮਰ ਜਾਣਗੇ, ਕੋਈ ਇਹਨਾਂ ਦਾ ਆਸਰਾ ਨਹੀਂ ਬਣੇਗਾ। ਸੋ ਇਹਨਾਂ ਦੇ ਘਰ ਗ੍ਰਸਤੀ ਦਾ ਵੀ ਧਿਆਨ ਦੇਣਾ ਹੈ, ਘਰ ਗ੍ਰਸਤੀ ਇਹਨਾਂ ਨੇ ਵਸਾਉਣੀ ਹੈ।
ਸੋ ਅਜੇ ਮੇਰਾ ਧਿਆਨ ਇਹਨਾਂ ਦੇ ਵੱਲ ਹੈ, ਦੇਖ ਰੇਖ ਮੈਂ ਇਹਨਾਂ ਦੀ ਸੰਭਾਲ ਕਰਨੀ ਹੈ, ਇਹਨਾਂ ਨੂੰ ਲਾਇਕ ਬਣਾਉਣਾ ਹੈ। ਅਜੇ ਮੈਨੂੰ ਮੁਕਤੀ ਦੀ ਇੱਛਾ ਨਹੀਂ ਹੈ। ਤੇ ਸੰਤ ਮਹਾਂਪੁਰਖ ਕਿ ਚਲੋ ਬਜ਼ੁਰਗ ਲੋਕੋ, ਆਪਾਂ ਤੁਹਾਡੇ ਗ੍ਰਹਿ ਵਿੱਚ ਆਉਂਦੇ ਜਾਂਦੇ ਰਵਾਂਗੇ, ਕਿ ਜਦੋਂ ਆਪ ਨੂੰ ਮੁਕਤੀ ਦੀ ਇੱਛਾ ਹੋਈ ਤਾਂ ਸਾਨੂੰ ਦੱਸ ਦਿਓ, ਆਪਾਂ ਤਾਂ ਜੋ ਤਰੀਕਾ ਢੰਗ ਦੇ ਦਾਂਗੇ, ਤੁਸੀਂ ਮੁਕਤੀ ਨੂੰ ਪਾ ਲਓਗੇ। ਇਹਦੇ ਸੰਤ ਮਹਾਂਪੁਰਖ ਅਗਲੇ ਗ੍ਰਾਮ ਵੱਲ ਚਲੇ ਜਾਂਦੇ ਨੇ, ਗਿਆਨ ਬਖਸ਼ਿਸ਼ ਕਰਦੇ ਆ, ਰੱਬ ਦੀ ਮਹਿਮਾ ਵਡਾਈ ਗਾਉਂਦੇ ਆ, ਅੱਗੇ ਚਲੇ ਜਾਂਦੇ ਨੇ। ਸੋਚਦੇ ਸਮਾਂ ਬੀਤਿਆ, ਉਹ ਬਜ਼ੁਰਗ ਆਪਣੇ ਪੁੱਤਰਾਂ ਦੇ ਨਾਲ ਖੇਤੀਬਾੜੀ ਕਰਦਾ ਹੈ, ਕੰਮੇ ਲਾਉਂਦਾ ਹੈ, ਸਾਰੇ ਕਾਰਜ ਸਮਝਾਉਂਦਾ ਹੈ ਉਹਨਾਂ ਨੂੰ। ਤੇ ਸਮਾਂ ਹੋਇਆ ਤਾਂ ਬਜ਼ੁਰਗ ਮਰ ਕਿਨਾਰੇ ਆ ਗਿਆ, ਮੌਤ ਦੇ ਘੇਰੇ 'ਚ ਆ ਗਿਆ, ਤੇ ਮੌਤ ਹੋ ਗਈ। ਹੁਣ ਮਰਨ ਵੇਲੇ ਵੀ ਉਹਦਾ ਖਿਆਲ ਜਿਹੜਾ ਆਪਣੇ ਪੁੱਤਰਾਂ ਦੇ ਵੱਲ ਹੈ, ਪੁੱਤਰਾਂ ਦੀ ਘਰ ਗ੍ਰਸਤੀ ਵੱਲ ਹੈ, ਪੁੱਤਰਾਂ ਦੀ ਦੇਖ ਰੇਖ ਸੰਭਾਲ ਦੇ ਵੱਲ ਹੈ, ਕਿ ਹਾਂ ਵੀ ਮੈਂ ਹੁਣ ਮਰਦਾ ਜਾ ਰਿਹਾ ਹੈ, ਇਹਨਾਂ ਦੀ ਦੇਖ ਰੇਖ ਸੰਭਾਲ ਹੁਣ ਕੌਣ ਕਰੇਗਾ? ਹੈ ਪ੍ਰਮਾਤਮਾ ਕਿਰਪਾ ਕਰ ਕਿ ਮੈਂ ਇਹਨਾਂ ਦੇ ਅੰਗ ਸੰਗ ਹੀ ਰਵਾਂ, ਇਹਨਾਂ ਦੀ ਦੇਖ ਰੇਖ ਸੰਭਾਲ ਹੀ ਕਰਦਾ ਰਵਾਂ, ਇਹਨਾਂ ਨੂੰ ਕੰਮੇ ਕਾਰਜ ਤੇ ਲਾਉਂਦਾ ਹੀ ਰਵਾਂ। ਇਹ ਮੇਰੀ ਅਰਦਾਸ ਬੇਨਤੀ ਕਬੂਲ ਕਰੀ, ਮੈਨੂੰ ਸਮਾਂ ਦੇ ਇਹਨਾਂ ਵਿੱਚ ਰਹਿ ਸਕਾਂ। ਸੋ ਇੱਦਾਂ ਹੀ ਲਾਸਟ ਵੇਲੇ ਬੇਨਤੀਆਂ ਕਰਦਾ ਪ੍ਰਮਾਤਮਾ ਅੱਗੇ ਕਿ ਇਹਨਾਂ ਦੇ ਅੰਗ ਸੰਗ ਹੀ ਰਵਾਂ। ਤੇ ਹੋਇਆ ਕਿ ਉਸ ਵੇਲੇ ਘਰ ਦੇ ਅੰਦਰ ਇੱਕ ਗਊ ਗਰਭਵਤੀ ਸੀ। ਗਊ ਗਰਭਵਤੀ ਸੀ ਤੇ ਗਊ ਦੇ ਪੇਟ ਅੰਦਰ ਬਜ਼ੁਰਗ ਦੀ ਆਤਮਾ ਚਲੀ ਗਈ ਹੈ, ਤੇ ਬੱਚਾ ਬਣ ਕੇ ਪੈਦਾ ਹੋ ਗਿਆ। ਹੌਲੀ ਹੌਲੀ ਉਹ ਬੱਚਾ ਜਿਹੜਾ ਬਲਦ ਬਣ ਗਿਆ ਹੈ, ਇਹ ਪੁੱਤਰਾਂ ਦੇ ਨਾਲ ਖੇਤੀਬਾੜੀ ਕਰਦਾ ਹੈ। ਪੁੱਤਰ ਖੇਤੀਬਾੜੀ ਦਾ ਕੰਮ ਉਹ ਤੋਂ ਲੈਂਦੇ ਨੇ, ਹਲ ਵਾਹੁੰਦੇ ਨੇ, ਖੇਤੀ ਵਾਹੁੰਦੇ ਨੇ, ਚਾਰਾ ਦਿੰਦੇ ਨੇ, ਪਾਣੀ ਦਿੰਦੇ ਨੇ। ਸੋ ਇਹਦੇ ਹੌਲੀ ਹੌਲੀ ਸਮਾਂ ਬੀਤਿਆ ਤੇ ਜੋ ਬਲਦ ਸੀ ਉਹ ਵੀ ਬਜ਼ੁਰਗ ਹੋਣ ਲੱਗ ਪਿਆ, ਕੰਮ ਕਾਰ ਤੋਂ ਰਹਿ ਗਿਆ, ਕਿੱਲੇ ਨਾਲ ਬੰਨ੍ਹ ਦਿੱਤਾ। ਫਿਰ ਵੀ ਸ਼ੁਕਰਾਨੇ ਕਰਦਾ ਹੈ ਪਰਮਾਤਮਾ ਦੇ, ਕਿ ਸ਼ੁਕਰ ਹੈ ਪਰਮਾਤਮਾ ਆਪਣੇ ਪੁੱਤਰਾਂ ਨੂੰ ਵੇਖ ਰਿਹਾ, ਕੀ ਕਰਦੇ ਨੇ ਕੀ ਨਹੀਂ ਕਰਦੇ, ਸ਼ੁਕਰ ਹੈ ਤੇਰਾ। ਇਹ ਵੀ ਸ਼ੁਕਰਾਨੇ ਕਰਦਾ, ਆਨੰਦ ਵਿੱਚ ਹੈ। ਇਹਦੇ ਸਮਾਂ ਬੀਤਿਆ ਤੋ ਸੰਤ ਮਹਾਂਪੁਰਖ ਫਿਰ ਦੁਬਾਰਾ ਆਏ, ਫੇਰੇ ਪੈ ਗਿਆ ਵਿਖੇ। ਤੇ ਜਿੱਦਾਂ ਅੱਜ ਰੀਤ ਚੱਲਦੀ ਹੈ ਕਿ ਫਲਾਨਾ ਬੰਦਾ ਕਹਿੰਦਾ ਮੇਰਾ ਦਾਦਾ ਦੀਪਕ ਜਗਾਉਂਦਾ ਸੀ ਪੀਰਾਂ ਦੇ, ਅਸੀਂ ਵੀ ਹੁਣ ਦੀਪਕ ਚਲਾਉਣੇ ਆ। ਸਾਡਾ ਦਾਦਾ ਪਰਬਤਾਂ ਵੱਲ ਜਾਂਦਾ ਸੀ, ਯਾਤਰਾ ਕਰਦਾ ਸੀ, ਹੁਣ ਅਸੀਂ ਵੀ ਪਰਬਤਾਂ ਵੱਲ ਜਾਣਾ ਹੈ। ਜਿੱਦਾਂ ਸਾਡਾ ਦਾਦਾ ਗਿਆ, ਜਿਹੜੀ ਰੀਤ ਦਾਦੇ ਨੇ ਚਲਾਈ ਉਹ ਵੀ ਅਸੀਂ ਪਕਾਉਣੀ ਹੈ, ਉੱਦਾਂ ਹੀ ਚੱਲਦਾ ਹੈ। ਸੋ ਬਜ਼ੁਰਗ ਸੰਤਾਂ ਦਾ ਬੜਾ ਸੇਵਾਦਾਰ ਸੀ, ਬੜਾ ਸ਼ਰਧਾਲੂ ਸੀ। ਹੁਣ ਪੁੱਤਰਾਂ ਨੇ ਵੀ ਇਹ ਕੀਤਾ, ਸਾਡਾ ਬਾਪੂ ਆਹ ਸੰਤਾਂ ਦੀ ਬਹੁਤ ਸੇਵਾ ਕਰਿਆ ਕਰਦਾ ਸੀ, ਅਸੀਂ ਵੀ ਸੇਵਾ ਲਈਏ ਇਹਨਾਂ ਤੋਂ। ਸੰਤਾਂ ਨੂੰ ਹੁਕਮ ਦਿੱਤਾ ਕਿ ਸੰਤ ਮਹਾਂਪੁਰਖੋ ਆਵੋ ਬਿਰਾਜੋ, ਸੇਵਾ ਬੰਦਗੀ ਲਈ। ਤੇ ਸੰਤਾਂ ਨੇ ਕਹਿਣਾ ਕੀਤਾ ਸਤਿਗੁਰਾਂ ਨੇ ਕਿ ਪੁੱਤਰੋ, ਇਸ ਘਰ ਦੇ ਅੰਦਰ ਬਜ਼ੁਰਗ ਸਨ, ਉਹ ਕਿੱਧਰ ਹੈ? ਪੁੱਤਰ ਕਹਿਣ ਲੱਗੇ ਸਾਡੇ ਬਜ਼ੁਰਗ, ਸਾਡੇ ਪਿਤਾ ਜੀ ਉਹ ਤਾਂ ਅਕਾਲ ਝਲਾਣਾ ਕਰ ਗਏ ਨੇ। ਸਤਿਗੁਰੂ ਮਹਾਰਾਜ ਸੰਤ ਮਹਾਂਪੁਰਖ ਪਰਮਾਤਮਾ ਰੂਪ ਅੰਤਰ ਧਿਆਨ ਹੋਏ, ਦੇਖਣਾ ਕੀਤਾ ਕਿੱਥੇ ਹੈ। ਦੇਖਣਾ ਕੀਤਾ ਉਹ ਬਜ਼ੁਰਗ ਬਲਦ ਬਣਿਆ ਹੋਇਆ, ਕੀਲੇ ਨਾਲ ਵੱਜਿਆ। ਗਏ ਨੇ ਉਹਨਾਂ ਦੇ ਕੋਲ ਕਿ ਹਾਂ ਬਜ਼ੁਰਗਾ, ਕਿੱਦਾਂ ਹੁਣ ਚਾਹੁੰਦਾ ਹੀ ਮੁਕਤੀ? ਇਨਸਾਨ ਸੀ, ਪੁੱਤਰਾਂ ਦੇ ਮੋਹ ਦੇ ਵਿੱਚ, ਪੁੱਤਰਾਂ ਦੇ ਪ੍ਰੇਮ ਦੇ ਵਿੱਚ ਹੁਣ ਬਲਦ ਬਣ ਗਿਆ, ਹੁਣ ਕੀ ਚਾਹੁੰਦਾ? ਅਜੇ ਵੀ ਕੀਲੇ ਨਾਲ ਵੱਜਾ ਰਹੇਗਾ ਜਾਂ ਮੁਕਤੀ ਚਾਹੁੰਦਾ? ਦੱਸ ਤੇਰੀ ਕੀ ਇੱਛਾ ਹੈ?
ਗੱਲਾਂ ਬਾਤਾਂ ਕੀਤੀਆਂ ਸੰਤਾਂ ਨੇ ਬਲਦ ਦੇ ਨਾਲ। ਉਸ ਵੇਲੇ ਵੀ ਉਹ ਬਜ਼ੁਰਗ ਦੀ ਆਤਮਾ ਬੋਲਦੀ ਹੈ ਕਿ ਨਹੀਂ ਮਹਾਂਪੁਰਖੋ, ਅਸੀਂ ਇੱਥੇ ਹੀ ਆਨੰਦ ਵਿੱਚ ਆ, ਖੁਸ਼ੀ ਵਿੱਚ ਆ, ਆਪਣੇ ਪੁੱਤਰਾਂ ਦੇ ਦਰਸ਼ਨ ਦੀਦਾਰੇ ਰੋਜ਼ ਕਰਦਾ ਹੈ, ਕੀ ਨਹੀਂ ਕਰਦੇ ਕੀ ਨਹੀਂ ਕਰਦੇ ਸਾਰਾ ਧਿਆਨ ਰੱਖਦਾ ਹੈ, ਸਾਨੂੰ ਮੁਕਤੀ ਦੀ ਇੱਛਾ ਕੋਈ ਨਹੀਂ। ਉਸ ਵੇਲੇ ਸੰਤ ਮਹਾਂਪੁਰਖ ਚਲੇ ਗਏ ਨੇ ਸੇਵਾ ਬੰਦਗੀ ਲੈ ਕੇ, ਪੁੱਤਰਾਂ ਕੋਲੋਂ ਚਲੇ ਗਏ ਨੇ। ਫਿਰ ਸਮਾਂ ਬੀਤਿਆ, ਹੁਣ ਬਲਦ ਦੀ ਵੀ ਮੌਤ ਹੋ ਗਈ। ਬਲਦ ਦੀ ਮੌਤ ਹੋ ਗਈ ਤੇ ਹੁਣ ਮਰਨ ਵੇਲੇ ਫਿਰ ਉਹੀ ਖਿਆਲ, ਫਿਰ ਉਹੀ ਪੁੱਤਰਾਂ ਦਾ ਮੋਹ, ਉਹੀ ਪੁੱਤਰਾਂ ਦਾ ਪ੍ਰੇਮ ਕਿ ਇਹਨਾਂ ਦੇ ਅੰਗ ਸੰਗ ਹੀ ਰਵਾਂ, ਅੰਗ ਸੰਗ ਹੀ ਰਵਾਂ। ਤਾਂ ਉਸ ਵੇਲੇ ਕੀ ਹੋਇਆ, ਫਿਰ ਗਵਾਂਢੀਆਂ ਦੇ ਇੱਕ ਕੁੱਤੀ ਗਰਭਵਤੀ ਸੀ, ਹੁਣ ਉੱਧਰ ਜਾ ਕੇ ਕੁੱਤਾ ਬਣ ਗਿਆ। ਹੁਣ ਬਜ਼ੁਰਗ ਦੀ ਆਤਮਾ ਜਿਹੜੀ ਕੁੱਤੇ ਵਿੱਚ ਚਲੀ ਗਈ ਹੈ ਪੁੱਤਰਾਂ ਦੇ ਮੋਹ ਕਰਕੇ। ਹੁਣ ਕੁੱਤਾ ਬਣ ਕੇ ਪੁੱਤਰਾਂ ਦੇ ਘਰ ਵਿੱਚ ਆ ਗਿਆ। ਪੁੱਤਰਾਂ ਨੇ ਰੱਖਣਾ ਕੀਤਾ ਕੁੱਤੇ ਨੂੰ, ਬੜੇ ਚਾਅ ਲੜ ਕਰਦੇ ਨੇ, ਦੇਖ ਰੇਖ ਹੁਣ ਸੰਭਾਲ ਕਰਦਾ ਹੈ ਇੱਥੇ ਘਰ ਦੀ ਅੰਦਰ, ਘਰ ਦੀ ਰਾਖੀ ਕਰਦਾ। ਜਿੱਧਰ ਪੁੱਤਰ ਜਾਂਦੇ ਨੇ ਉੱਧਰ ਉਹ ਕੁੱਤਾ ਵੜ ਕੇ ਪਿੱਛੇ ਪਿੱਛੇ ਪੁੱਤਰਾਂ ਦੇ ਜਾਂਦਾ ਹੈ ਤੇ ਘਰ ਦੀ ਰਾਖੀ ਕਰਦਾ ਹੈ। ਸੋ ਇੱਦਾਂ ਹੀ ਪੁੱਤਰ ਇੱਕ ਘਰ ਗ੍ਰਸਤੀ ਵਿੱਚ ਆਉਂਦਾ ਹੈ, ਵਿਵਾਹ ਹੁੰਦਾ ਹੈ ਤਾਂ ਹੁਣ ਮੋਹ ਪੈ ਗਿਆ ਨਹੁੰ ਦੇ ਨਾਲ, ਧੀ ਧਿਆਣੀ ਦੇ ਨਾਲ। ਹੁਣ ਨਹੁੰ ਦੇ ਪਿੱਛੇ ਅੱਗੇ ਪਿੱਛੇ ਪੂਛ ਮਾਰਦਾ ਹੈ, ਝੂਮਦਾ ਹੈ, ਝੂਲਦਾ ਹੈ। ਤੇ ਘਰ ਵਿੱਚ ਕੋਈ ਕਾਂ ਵੀ ਆਉਂਦੀ ਹੈ, ਕਾਂ ਆਉਂਦਾ ਹੈ ਉਹਨੂੰ ਭੌਂਕਦਾ, ਕੋਈ ਚਿੜੀ ਆਉਂਦੀ ਹੈ ਉਹਨੂੰ ਭੌਂਕਦਾ ਹੈ, ਕੋਈ ਇਨਸਾਨ ਲੰਘਦਾ ਹੈ ਦਰਵਾਜ਼ੇ ਅੱਗੇ ਉਹਨੂੰ ਭੌਂਕਦਾ ਹੈ ਕਿ ਸ਼ਾਇਦ ਕੋਈ ਚੋਰ ਚੱਕਾ ਨਾ ਆ ਜਾਏ। ਇੱਦਾਂ ਫਿਰ ਸੰਤਾਂ ਦਾ ਫਿਰ ਫੇਰਾ ਪਿਆ ਹੈ। ਸੰਤ ਆਉਂਦੇ ਨੇ, ਸੇਵਾ ਬੰਦਗੀ ਫਿਰ ਪੁੱਤਰਾਂ ਕੋਲ ਲਈ ਹੈ। ਫਿਰ ਧਿਆਨ ਵਿੱਚ ਹੋਏ ਨੇ, ਦੇਖਣਾ ਕੀਤਾ ਹੋਵੇ ਹੁਣ ਤਾਂ ਬਲਦ ਵੀ ਹੈ ਨਹੀਂ ਗੇ, ਹੁਣ ਬਜ਼ੁਰਗ ਕਿਹੜੀ ਜੂਨੀ ਚਲੇ ਗਏ। ਦੇਖਣਾ ਕੀਤਾ ਕਿ ਉਹ ਬਜ਼ੁਰਗ ਹੁਣ ਕੁੱਤਾ ਬਣ ਕੇ ਘਰ ਦੀ ਰਾਖੀ ਕਰਦੇ ਨੇ, ਸੰਭਾਲ ਕਰਦੇ ਨੇ। ਫਿਰ ਕੁੱਤੇ ਨੂੰ ਪੁੱਛਣਾ ਕੀਤਾ, ਹਾਂ ਵੀ ਬਜ਼ੁਰਗੋ ਹੁਣ ਕਿੱਦਾਂ, ਹੁਣ ਵੀ ਚਾਹੁੰਦੇ ਹੋ ਬਲਦ, ਪਹਿਲਾਂ ਬਲਦ ਸੀ ਨਾ, ਹੁਣ ਕੁੱਤਾ ਬਣ ਗਏ ਹੋ ਪਰਿਵਾਰ ਦੇ ਮੋਹ ਦੇ ਵਿੱਚ ਆ ਕੇ, ਪ੍ਰੇਮ ਦੇ ਵਿੱਚ ਆ ਕੇ। ਹੁਣ ਤੁਸੀਂ ਕੀ ਚਾਹੁੰਦੇ ਹੋ, ਹੁਣ ਵੀ ਮੁਕਤੀ ਚਾਹੁੰਦੇ ਹੋ ਜਾਂ ਇਸੇ ਜੂਨੀ ਵਿੱਚ ਰਹਿਣਾ ਚਾਹੁੰਦੇ ਹੋ, ਦੱਸੋ ਸਾਨੂੰ। ਉਹ ਕੁੱਤੇ ਅੰਦਰ ਬਜ਼ੁਰਗ ਦੀ ਆਤਮਾ ਸੀ, ਕਹਿਣ ਲੱਗੀ, ਬੋਲੀ, ਕਿਉਂਕਿ ਸੰਤ ਮਹਾਂਪੁਰਖ ਸਾਰੀਆਂ ਬੋਲੀਆਂ ਜਾਣਦੇ ਨੇ, ਪੰਛੀਆਂ ਦੀਆਂ, ਪਰਿੰਦਿਆਂ ਦੀਆਂ, ਜਾਨਵਰ ਦੀਆਂ ਸਾਰੀਆਂ ਬੋਲੀਆਂ ਜਾਣਦੇ ਨੇ। ਖੁਦ ਪਰਮਾਤਮਾ ਦਾ ਰੂਪ ਹੁੰਦੇ ਨੇ, ਨਿਰੰਕਾਰ ਦਾ ਰੂਪ ਹੁੰਦੇ ਨੇ। ਸੋ ਆਤਮਾ ਨਾਲ ਗੱਲ ਹੋਈ ਕਿ ਨਹੀਂ, ਅਸੀਂ ਇਸ ਜੂਨੇ ਵਿੱਚ ਆਨੰਦ ਵਿੱਚ ਆ, ਖੁਸ਼ੀ ਆ, ਪੁੱਤਰਾਂ ਦੇ ਦਰਸ਼ਨ ਦੀਦਾਰੇ ਕਰਦਾ, ਦੇਖ ਰੇਖ ਸੰਭਾਲ ਕਰਦਾ, ਕੋਈ ਚੋਰ ਚੱਕਾ ਨਾ ਆ ਜਾਏ, ਕੋਈ ਸਮਾਨ ਨਾ ਲੈ ਜਾਏ, ਮੈਂ ਦੇਖ ਰੇਖ ਸੰਭਾਲ ਕਰਦਾ ਤੇ ਮੈਨੂੰ ਇੱਥੇ ਰਹਿਣ ਦਿਓ, ਅਜੇ ਮੈਨੂੰ ਇੱਛਾ ਨਹੀਂ ਹੈ ਮੁਕਤੀ ਦੀ। ਤੁਸੀਂ ਆਉਂਦੇ ਜਾਂਦੇ ਰਹੋ ਮਹਾਂਪੁਰਖੋ, ਇਸ ਘਰ ਦੇ ਅੰਦਰ ਚਰਨ ਪਾਉਂਦੇ ਰਹੋ, ਜਦੋਂ ਮੁਕਤੀ ਦੀ ਇੱਛਾ ਹੋਏਗੀ ਦੱਸ ਦਾਂਗੇ ਆਪ ਨੂੰ। ਅਜੇ ਇੱਛਾ ਨਹੀਂ ਹੈ, ਅਜੇ ਬਹੁਤ ਪ੍ਰੇਮ ਹੈ, ਬਹੁਤ ਆਨੰਦ ਵਿੱਚ ਹੈ ਮੈਂ। ਹੁਣ ਦੇਖੋ ਜਿਹਦਾ ਜਨਮ ਹੈ ਉਹਦਾ ਮਰਨ ਵੀ ਹੈ। ਸਮਾਂ ਬੀਤਿਆ, ਕੁੱਤੇ ਦੀ ਮੌਤ ਹੋ ਗਈ ਹੈ। ਹੁਣ ਮਰਨ ਵੇਲੇ ਫਿਰ ਮੋਹ ਇਹੀ ਹੈ ਕਿ ਪਰਿਵਾਰ ਵਿੱਚ ਹੀ ਰਵਾਂ, ਧੀਆਂ ਪੁੱਤਰਾਂ ਦੇ ਕੋਲ ਹੀ ਰਵਾਂ। ਤੇ ਫਿਰ ਹੋਇਆ ਕੀ, ਹੁਣ ਘਰ ਦੇ ਅੰਦਰ ਬੱਚਾ ਪੈਦਾ ਹੋਇਆ, ਪੁੱਤਰ ਪੈਦਾ ਹੋਇਆ, ਪੁੱਤਰ ਦੇ ਪੁੱਤਰ ਪੈਦਾ ਹੋਇਆ ਤੇ ਬੜਾ ਆਨੰਦ ਵਿੱਚ, ਖੁਸ਼ ਵਿੱਚ ਹੈ। ਉਹ ਕੁੱਤੇ ਦੇ ਅੰਦਰਲੀ ਆਤਮਾ ਬੜੀ ਆਨੰਦ ਵਿੱਚ ਹੈ। ਹੁਣ ਬੱਚੇ ਨੂੰ ਦੇਖਦਾ ਹੈ, ਬੜਾ ਝੂਮਦਾ ਹੈ। ਸਮਾਂ ਬੀਤਿਆ, ਹੁਣ ਮੌਤ ਤਾਂ ਆਉਣੀ ਹੈ, ਕੁੱਤੇ ਨੂੰ ਵੀ ਮੌਤ ਆ ਗਈ। ਮੌਤ ਵੇਲੇ ਵੀ ਇਹ ਸੋਚਦਾ ਹੈ ਕਿ ਰੱਬਾ ਸ਼ਾਇਦ ਮੈਨੂੰ ਹੋਰ ਲੰਬੇਰੀ ਉਮਰ ਬਖਸ਼ਿਸ਼ ਕਰਦਾ, ਕਿ ਮੈਂ ਆਪਣੇ ਪੋਤੇ ਦੇ ਨਾਲ ਖੇਡ ਖੜਾਈਆਂ ਕਰਦਾ।
ਹੁਣ ਪੋਤੇ ਨਾਲ ਪ੍ਰੇਮ ਪੈ ਗਿਆ, ਪੋਤੇ ਨਾਲ ਮੋਹ ਪੈ ਗਿਆ ਹੈ। ਇਹਦਾ ਤੂੰ ਮੈਨੂੰ ਲੰਬੀ ਉਮਰ ਬਖਸ਼ਿਸ਼ ਕਰਦਾ, ਕਿ ਪੋਤੇ ਦੇ ਅੰਗ ਸੰਗ ਰਹਿੰਦਾ, ਇਹਦੇ ਨਾਲ ਖੇਡਦਾ ਹੱਸਦਾ। ਹੁਣ ਅੰਤਮ ਸਮਾਂ ਆ ਗਿਆ, ਹੁਣ ਧਿਆਨ ਸੁਰਤ ਫਿਰ ਪਰਿਵਾਰ ਦੇ ਵੱਲ ਹੀ ਹੈ, ਮੋਹ ਪ੍ਰੇਮ ਫਿਰ ਪਰਿਵਾਰ ਦੇ ਵੱਲ, ਚਾਹਤ ਫਿਰ ਵੀ ਇਹੀ ਹੈ ਕਿ ਮੈਂ ਇਹਨਾਂ ਦੇ ਵਿੱਚ ਹੀ ਰਵਾਂ। ਹੁਣ ਕੁੱਤੇ ਤੋਂ ਹੋਇਆ ਕਿ ਕੁੱਤੇ ਤੋਂ ਹੁਣ ਬਣ ਗਿਆ ਹੈ ਸੱਪ। ਹੁਣ ਸੱਪ ਬਣ ਕੇ ਘਰ ਦੇ ਇਰਦ ਗਿਰਦ ਘੁੰਮਦਾ ਹੈ। ਜੇ ਕੋਈ ਜੀਵ ਆਉਂਦਾ ਹੈ ਤਾਂ ਲੁਕ ਜਾਂਦਾ ਹੈ, ਛੁਪ ਜਾਂਦਾ ਹੈ। ਇੱਦਾਂ ਹੀ ਕੀ ਹੋਇਆ, ਇੱਦਾਂ ਹੀ ਪੁੱਤਰ ਚਲੇ ਗਏ ਨੇ ਖੇਤੀਬਾੜੀ ਕੰਮ ਕਾਰਜ ਵਿੱਚ, ਕਿ ਨਹੁੰ ਚਲੀ ਜਾਂਦੀ ਹੈ ਘਰੋਂ ਬਾਹਰ ਕੋਈ ਕਾਰਜ ਵਾਸਤੇ, ਤੇ ਪੁੱਤਰ ਜਿਹੜਾ ਮੰਜੀ ਤੇ ਇਕੱਲਾ ਹੀ ਸੁੱਤਾ ਪਿਆ ਹੈ, ਬਾਲ ਅਵਸਥਾ। ਬੱਚੇ ਦੀ ਜਾਗ ਖੁੱਲੀ, ਰੋਇਆ ਕੁਰਲਾਇਆ, ਨਾ ਮਾਂ ਕੋਲ ਨਾ ਬਾਪੂ ਕੋਲ, ਰੋਂਦਾ ਹੈ ਕੁਰਲਾਉਂਦਾ ਹੈ। ਤੇ ਉਹਦਾ ਰੋਣਾ ਸੁਣ ਕੇ ਉਹ ਸੱਪ ਜਿਹੜਾ ਬਜ਼ੁਰਗ ਦੀ ਆਤਮਾ, ਜਿਹੜਾ ਬਜ਼ੁਰਗ ਹੁਣ ਸੱਪ ਬਣ ਗਿਆ ਸੀ, ਉਹ ਸੱਪ ਆਉਂਦਾ ਹੈ, ਉਹਦੇ ਅੱਗੇ ਫਨ ਖਿਲਾਰਦਾ ਹੈ, ਤੇ ਜੀਭਾ ਕੱਢਦਾ ਹੈ, ਝੂਮਦਾ ਹੈ, ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ, ਖੇਡਦਾ ਹੈ ਉਹਦੇ ਨਾਲ। ਇੱਦਾਂ ਨਹੁੰ ਆਉਂਦੀ ਹੈ, ਨਹੁੰ ਵੇਖਦੀ ਹੈ, ਉਹ ਧੀ ਧਿਆਣੀ ਵੇਖਦੀ ਹੈ ਕਿ ਹਾਂ ਵੀ ਇਹ ਤਾਂ ਸੱਪ ਹੈ, ਬੱਚੇ ਨੂੰ ਡਸ ਲਏਗਾ, ਇਹ ਕਿੱਥੋਂ ਆ ਗਿਆ। ਹੁਣ ਅੰਦਰਲੀ ਕਹਾਣੀ ਦਾ ਉਹਨੂੰ ਵੀ ਨਹੀਂ ਪਤਾ, ਕਿਉਂਕਿ ਸੰਤ ਜਾਣਦੇ ਸਨ, ਸਤਿਗੁਰੂ ਜਾਣਦੇ ਸਨ, ਉਹ ਅਣਜਾਣ ਸੀ। ਉਹ ਇਹ ਨਹੀਂ ਸੀ ਜਾਣਦੇ ਕਿ ਇਹਦੇ ਅੰਦਰ ਸਾਡੇ ਬਾਪੂ ਦੀ ਆਤਮਾ ਹੈ, ਇਹ ਬਾਪੂ ਸਾਡਾ ਹੈ। ਉਹਨੇ ਬੰਦੇ ਬੁਲਾਉਣੇ ਕੀਤੇ, ਆਪਣੇ ਗੁਆਂਢੀ ਬੁਲਾਉਣੇ ਕੀਤੇ, ਕਿ ਗੁਆਂਢੀਆਂ ਨੇ ਲਾਠੀਆਂ ਦੇ ਨਾਲ ਸੱਪ ਨੂੰ ਮਾਰਨਾ ਕਰ ਦਿੱਤਾ। ਹੁਣ ਇੱਥੇ ਰੋਇਆ ਹੈ, ਕੁਰਲਾਇਆ, ਪਛਤਾਇਆ ਹੈ, ਮੈਂ ਤਾਂ ਪ੍ਰੇਮ ਕਰ ਰਿਹਾ ਸੀ, ਖੇਡਾਂ ਕਰ ਰਿਹਾ ਸੀ ਆਪਣੇ ਪੋਤੇ ਦੇ ਨਾਲ, ਮੈਨੂੰ ਕਿਉਂ ਮਾਰਿਆ। ਹੁਣ ਰੋਇਆ ਹੈ, ਕੁਰਲਾਇਆ ਹੈ, ਪਛਤਾਇਆ ਹੈ। ਤੇ ਹੁਣ ਕੀ ਹੋਇਆ, ਹੁਣ ਘਰ ਦੇ ਅੰਦਰ ਹੀ ਇੱਕ ਗੰਦਾ ਨਾਲਾ ਹੈ, ਉਹਦੇ ਅੰਦਰ ਕੀੜਾ ਬਣ ਗਿਆ। ਕੀੜਾ ਬਣ ਕੇ ਹੁਣ ਕੁਰਬਲ ਕਰਦਾ ਹੈ ਗਾਰੇ ਅੰਦਰ, ਗੰਦੇ ਪਾਣੀ ਅੰਦਰ, ਤੇ ਪਛਤਾਉਂਦਾ ਹੈ, ਸੰਤਾਂ ਨੂੰ ਚੇਤੇ ਕਰਦਾ ਹੈ। ਹੁਣ ਸੰਤਾਂ ਨੂੰ ਚੇਤੇ ਕਰਦਾ, ਸਤਿਗੁਰਾਂ ਨੂੰ ਚੇਤੇ ਕਰਦਾ ਕਿ ਸੰਤ ਮਹਾਂਪੁਰਖੋ ਆਵੋ, ਹੁਣ ਮੈਨੂੰ ਮੁਕਤੀ ਦੀ ਇੱਛਾ ਹੈ, ਹੁਣ ਮੈਂ ਮੁਕਤੀ ਚਾਹੁੰਦਾ, ਇਹ ਗੰਦਗੀ ਤੋਂ ਹੁਣ ਮੁਕਤੀ ਚਾਹੁੰਦਾ, ਹੁਣ ਤੁਸੀਂ ਆਵੋ, ਚੇਤੇ ਕਰਦਾ। ਹੁਣ ਯਾਦ ਰੱਖਿਓ ਕਿ ਜਿਸ ਨੂੰ ਆਪਾਂ ਚੇਤੇ ਕਰਦੇ ਹਾਂ ਉਹ ਵੀ ਸਾਨੂੰ ਚੇਤੇ ਕਰਦਾ ਹੈ। ਜੇ ਅਸੀਂ ਪ੍ਰਮਾਤਮਾ ਨੂੰ ਚੇਤੇ ਕਰਦੇ ਹਾਂ, ਸਤਿਗੁਰੂ ਨੂੰ ਚੇਤੇ ਕਰਦੇ ਹਾਂ, ਸਤਿਗੁਰੂ ਵੀ ਸਾਨੂੰ ਚੇਤੇ ਕਰਦਾ ਹੈ। ਜੇ ਆਮ ਇਨਸਾਨ ਨੂੰ ਚੇਤੇ ਕਰਦੇ ਹਾਂ ਤਾਂ ਉਹ ਵੀ ਸਾਨੂੰ ਚੇਤੇ ਕਰਦਾ। ਇੱਕ ਦਿਨ ਦਰਸ਼ਨਦਾਰੀ ਉਹਦੇ ਹੋ ਹੀ ਜਾਂਦੇ ਆ, ਸਾਡੇ ਨਾਲ ਬਹੁਤ ਵਾਰੀ ਹੁੰਦਾ ਇੱਦਾਂ। ਜਿਹਨੂੰ ਵੀ ਚੇਤੇ ਕਰਦੇ ਆ ਨਾ, ਉਹ ਸਾਹਮਣੇ ਆ ਹੀ ਜਾਂਦਾ ਹੈ। ਸ਼ਾਇਦ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੋਵੇ। ਸੋ ਜਿਹਨੂੰ ਚੇਤੇ ਕਰਦੇ ਆ ਉਹ ਵੀ ਚੇਤੇ ਕਰਦਾ। ਹੁਣ ਬਜ਼ੁਰਗ, ਹੁਣ ਜਿਹੜਾ ਕੀੜਾ ਬਣ ਗਿਆ ਸੀ ਗੰਦਗੀ ਦਾ, ਉਹ ਹੁਣ ਸੰਤਾਂ ਨੂੰ ਚੇਤੇ ਕਰਦਾ, ਸੰਤੋ ਹੁਣ ਆਵੋ ਤੇ ਮੈਨੂੰ ਮੁਕਤ ਕਰੋ ਇਹ ਗੰਦਗੀ ਤੋਂ। ਹੁਣ ਇੱਕ ਗੰਦਗੀ ਉਹ ਨਾਲੇ ਵਾਲੀ ਹੈ, ਤੇ ਇੱਕ ਗੰਦਗੀ ਇਹ ਸੰਸਾਰ ਦੇ ਅੰਦਰ ਵੀ ਹੈ। ਸੰਸਾਰ ਦੇ ਅੰਦਰ ਕਾਹਦੀ ਗੰਦਗੀ ਹੈ? ਵਿਸ਼ਿਆਂ ਵਿਕਾਰਾਂ ਦੀ ਗੰਦਗੀ ਹੈ, ਪਾਪਾਂ ਗੁਨਾਹਾਂ ਦੀ ਗੰਦਗੀ ਹੈ। ਤੇ ਸੰਸਾਰ ਇੱਕ ਦਲਦਲ ਹੈ, ਇਹ ਗੁਨਾਹਾਂ ਦੀ ਦਲਦਲ ਅੰਦਰ ਜੀਵ ਜਿਹੜਾ ਧੱਸਦਾ ਜਾ ਰਿਹਾ ਹੈ, ਨਿਕਲਦਾ ਕੋਈ ਨਹੀਂ। ਕੱਢੇ ਕੌਣ? ਸਤਿਗੁਰੂ ਕੱਢੇਗਾ, ਕਿਸੋਂ ਫੜ ਕੇ ਕੱਢੇਗਾ, ਡੁੱਬਦੇ ਨੂੰ ਤਾਰੇਗਾ। ਸੋ ਹੁਣ ਅੰਤ ਵੇਲੇ ਇੱਥੇ ਆ ਕੇ ਇੱਛਾ ਹੋਈ ਹੈ, ਜਦੋਂ ਗੰਦਗੀ 'ਚ ਪਿਆ ਹੈ, ਪਛਤਾਇਆ ਹੈ। ਹੁਣ ਸਤਿਗੁਰੂ ਮਹਾਰਾਜ ਕੱਢੋ, ਮਹਾਂਪੁਰਖੋ ਆਵੋ। ਚੇਤੇ ਕੀਤਾ ਤੇ ਸੰਤ ਮਹਾਂਪੁਰਖ ਸੰਸਾਰ ਦੀ ਯਾਤਰਾ ਕਰਦੇ ਹੋਏ ਫਿਰ ਉੱਥੇ ਆਉਂਦੇ ਨੇ, ਗ੍ਰਾਂ ਆਉਂਦੇ ਨੇ, ਅਲਖ ਜਗਾਉਂਦੇ ਨੇ। ਤੇ ਪੁੱਤਰ ਬੜੇ ਸਤਿਕਾਰ ਕਰਦੇ ਨੇ, ਨਹੁੰ ਬਹੁਤ ਸਤਿਕਾਰ ਕਰਦੀ ਹੈ, ਕਿਉਂਕਿ ਜਿੱਦਾਂ ਰੀਤ ਚੱਲਦੀ ਆਏ ਸਾਡੇ ਬਜ਼ੁਰਗ ਸੇਵਾ ਬੰਦਗੀ ਕਰਦੇ ਸਨ ਸੰਤਾਂ ਦੀ, ਅਸੀਂ ਕਰਦੇ। ਫਿਰ ਸੇਵਾ ਬੰਦਗੀ ਲਈਏ ਸੰਤਾਂ ਦੀ, ਅੰਨ ਜਲ ਭੰਡਾਰੇ ਬਣਾਏ ਗਏ ਨੇ। ਤੇ ਫਿਰ ਸੰਤਾਂ ਨੇ ਪੁੱਛਣਾ ਕੀਤਾ, ਬੱਚਾ ਆਪਦੇ ਘਰ ਇੱਕ
ਕੁੱਤਾ ਹੁੰਦਾ ਸੀ, ਦਿਖਾਈ ਨਹੀਂ ਦਿੰਦਾ। ਪੁੱਤਰ ਕਹਿਣ ਲੱਗੇ ਮਹਾਂਪੁਰਖੋ ਸੰਤੋਖ ਜੀ ਉਹ ਤਾਂ ਮਰ ਗਿਆ। ਫਿਰ ਅੰਤਰ ਦ੍ਰਿਸ਼ਟੀ ਕੀਤੀ ਹੈ, ਫਿਰ ਧਿਆਨ 'ਚ ਹੋਏ ਨੇ ਸੰਤ ਮਹਾਂਪੁਰਖ ਸਤਿਗੁਰੂ। ਦੇਖਣਾ ਕੀਤਾ ਕੁੱਤੇ ਤੋਂ ਸੱਪ ਬਣਿਆ, ਤੇ ਸੱਪ ਤੋਂ ਹੁਣ ਕੀੜਾ ਬਣ ਕੇ ਇਸੇ ਘਰ ਦੇ ਅੰਦਰ ਹੈ। ਫਿਰ ਕਹਿਣਾ ਕੀਤਾ ਪੁੱਤਰਾਂ ਨੂੰ ਕਿ ਪੁੱਤਰੋ ਤੁਹਾਨੂੰ ਦੱਸਦੇ ਆ, ਉਹ ਜਿਹੜਾ ਬਲਦ ਸੀ ਨਾ ਤੁਹਾਡੇ ਘਰ, ਉਹ ਬਲਦ ਨਹੀਂ ਸੀ, ਉਹਦੇ ਅੰਦਰ ਤੁਹਾਡੇ ਬਾਪੂ ਦੀ ਆਤਮਾ ਸੀ। ਉਹ ਕੁੱਤਾ ਨਹੀਂ ਸੀ, ਉਹ ਕੁੱਤੇ ਅੰਦਰ ਤੁਹਾਡੇ ਬਾਪੂ ਦੀ ਆਤਮਾ ਸੀ। ਉਹ ਜਿਹੜੇ ਸੱਪ ਨੂੰ ਤੁਸੀਂ ਮਾਰਿਆ ਸੀ ਨਾ, ਉਹ ਸੱਪ ਦੇ ਅੰਦਰ ਤੁਹਾਡੇ ਬਾਪੂ ਦੀ ਆਤਮਾ ਸੀ। ਉਹ ਤੁਹਾਡਾ ਬਾਪੂ ਸੀ। ਤੁਹਾਡੇ ਮੋਹ ਦੇ ਵਿੱਚ, ਪ੍ਰੇਮ ਦੇ ਵਿੱਚ, ਦੇਖ ਰੇਖ ਸੰਭਾਲ ਦੇ ਵਿੱਚ, ਉਹ ਤੁਹਾਡੇ ਘਰ ਵਿੱਚ ਹੀ ਸੀ, ਤੁਹਾਡੇ ਪਰਿਵਾਰ ਵਿੱਚ ਹੀ ਸੀ। ਉਹ ਦੂਰ ਨਹੀਂ ਸੀ ਤੁਹਾਡੇ ਤੋਂ। ਅਸੀਂ ਬਹੁਤ ਵਾਰ ਉਹਨਾਂ ਨੂੰ ਕਹਿਣਾ ਕੀਤਾ ਤੁਹਾਨੂੰ ਮੁਕਤ ਕਰ ਦਿੰਦੇ ਆ, ਪਰ ਮੁਕਤੀ ਚਾਹੁੰਦੇ ਨਹੀਂ ਸੀ। ਉਹ ਚਾਹੁੰਦੇ ਸੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਰਹੀਏ। ਪ੍ਰੇਮ ਬਹੁਤ ਸੀ ਤੁਹਾਡੇ ਨਾਲ। ਉਹ ਤੁਹਾਡੇ ਬਜ਼ੁਰਗ ਦੀ ਆਤਮਾ ਸੀ। ਉਹ ਸੱਪ ਨਹੀਂ ਸੀ ਜਿਹਨੂੰ ਮਾਰਿਆ ਤੁਸੀਂ, ਉਹ ਕੁੱਤਾ ਨਹੀਂ ਸੀ, ਉਹ ਬਲਦ ਨਹੀਂ ਸੀ। ਤੇ ਹੁਣ ਕਿੱਥੇ ਆ? ਦੱਸਦੇ ਆ ਤੁਹਾਨੂੰ। ਉਹ ਤੁਹਾਡਾ ਬਜ਼ੁਰਗ ਹੁਣ ਕੀੜਾ ਬਣ ਕੇ ਗੰਦਗੀ ਦਾ ਤੁਹਾਡੇ ਘਰ ਅੰਦਰ ਹੀ ਹੈ। ਆਓ ਤੁਹਾਨੂੰ ਦਿਖਾਉਂਦੇ ਆ। ਸੰਤ ਮਹਾਂਪੁਰਖ ਲੈ ਗਏ ਨੇ ਉਹ ਗੰਦੇ ਨਾਲੇ ਦੇ ਵੱਲ। ਇੱਕ ਡੰਡਾ ਲਿਆਏ, ਸੋਟਾ ਲਿਆਏ, ਤੇ ਸੇਵਕਾਂ ਨੂੰ ਕਹਿਣਾ ਕੀਤਾ ਕਿ ਬਾਈ ਕੱਢੋ ਇਹਨਾਂ ਨੂੰ। ਤੇ ਕਿਨਾਰੇ ਉੱਪਰ ਬੈਠਾ ਉਹ ਬੜਾ ਮੋਟਾ ਕੀੜਾ ਕੁਰਬਲ ਕਰਦਾ ਹੈ। ਡੰਡੇ ਦੇ ਨਾਲ ਕੱਢਣਾ ਕੀਤਾ। ਕਹਿੰਦੇ ਆਹ ਦੇਖੋ, ਇਹਦੇ ਅੰਦਰ ਕੀੜੇ ਅੰਦਰ ਤੁਹਾਡੇ ਬਾਪੂ ਦੀ ਆਤਮਾ ਹੈ। ਸਦਾ ਤੁਹਾਡੇ ਮੋਹ 'ਚ ਰਿਹਾ ਹੈ, ਤੁਹਾਡੇ ਪ੍ਰੇਮ 'ਚ ਰਿਹਾ ਹੈ। ਇਸੇ ਕਰਕੇ ਇਹ ਜੂਨਾਂ 'ਚ ਭਗੜਦਾ ਰਿਹਾ ਹੈ, ਭਟਕਦਾ ਰਿਹਾ। ਕਦੀ ਮੁਕਤੀ ਦੀ ਇੱਛਾ ਰੱਖੀ ਨਹੀਂ ਇਸਨੇ, ਗਿਆਨ ਦੀ ਇੱਛਾ ਰੱਖੀ ਨਹੀਂ, ਸ਼ਬਦ ਦੀ ਇੱਛਾ ਨਹੀਂ ਰੱਖੀ। ਪਰਮਾਤਮਾ ਸਿਮਰਨ ਵਾਲਾ ਕਦੀ ਹੋਇਆ ਹੀ ਨਹੀਂ। ਆ ਹੁਣ ਜਾ ਕੇ ਤਰਲੇ ਕਰਦਾ ਹੈ। ਹੁਣ ਤਰਲੇ ਕਰਦਾ ਕਿ ਸਾਨੂੰ ਬਖਸ਼ੋ, ਸ਼ਬਦ ਗਿਆਨ ਦਿਓ ਤੇ ਸਾਨੂੰ ਮੁਕਤ ਕਰੋ। ਹੁਣ ਤਰਲੇ ਕਰਦਾ ਹੈ। ਫਿਰ ਸੰਤ ਮਹਾਂਪੁਰਖ ਦਇਆ ਦ੍ਰਿਸ਼ਟੀ ਵਿੱਚ ਆਏ, ਕਿਰਪਾ ਕੀਤੀ। ਕਮੰਡਲ ਲਿਆਏ, ਕਮੰਡਲ ਤੋਂ ਜਲ ਲਿਆਏ, ਜਲ ਨਾਲ ਧੋਤਾ ਗਿਆ ਕੀੜੇ ਨੂੰ। ਫਿਰ ਬਾਣੀ ਉਚਾਰੀ, ਸ਼ਬਦ ਉਚਾਰਿਆ, ਗਿਆਨ ਉਚਾਰਿਆ ਤੇ ਚਮਤਕਾਰ ਹੋਇਆ। ਤੋ ਕੀੜਾ ਜਿਹੜਾ ਖਤਮ ਹੋ ਗਿਆ, ਮਰ ਗਿਆ ਕੀੜਾ। ਤੇ ਉਹਦੇ ਅੰਦਰੋਂ ਇੱਕ ਪ੍ਰਕਾਸ਼, ਇੱਕ ਨੂਰ, ਇੱਕ ਰੌਸ਼ਨੀ ਪ੍ਰਗਟ ਹੁੰਦੀ ਹੈ। ਰੌਸ਼ਨੀ ਪ੍ਰਗਟ ਹੁੰਦੀ ਹੈ ਤੇ ਰੌਸ਼ਨੀ ਵਿੱਚ ਆਵਾਜ਼ ਆਉਂਦੀ ਹੈ, ਪਰਿਵਾਰ ਨੂੰ ਸਮਝਾਉਂਦੀ ਕਿ ਪੁੱਤਰੋ ਤੁਹਾਡੇ ਪ੍ਰੇਮ ਵਿੱਚ, ਤੁਹਾਡੇ ਮੋਹ ਵਿੱਚ ਮੈਨੂੰ ਬਹੁਤ ਦੁੱਖ ਭੋਗਣੇ ਪਏ ਆ, ਬਹੁਤ ਜੂਨੀਆਂ ਭੋਗਣੇ ਪਈਆਂ। ਪਰ ਅਸੀਂ ਆਪ ਨੂੰ ਇਹ ਹੁਕਮ ਕਰਦੇ ਹਾਂ, ਸਿੱਖਿਆ ਦਿੰਦੇ ਹਾਂ ਕਿ ਜਿੱਦਾਂ ਅਸੀਂ ਦੁੱਖ ਭੋਗੇ ਆ ਨਾ ਤੁਹਾਡੇ ਪ੍ਰੇਮ ਦੇ ਵਿੱਚ, ਮੋਹ ਦੇ ਵਿੱਚ, ਤੁਸੀਂ ਵੀ ਆਪਣੇ ਘਰ ਗ੍ਰਸਤੀ ਦੇ ਨਾਲ ਮੋਹ ਨਹੀਂ ਕਰਨਾ। ਇਹਨਾਂ ਜ਼ਮੀਨਾਂ, ਇਹਨਾਂ ਧਨ ਦੇ ਨਾਲ, ਇਹਨਾਂ ਪੁੱਤਰਾਂ ਦੇ ਨਾਲ, ਆਪਣੀ ਪਤਨੀ ਦੇ ਨਾਲ ਮੋਹ ਨਹੀਂ ਕਰਨਾ। ਇਹਨਾਂ ਸੰਤਾਂ ਕੋ ਗਿਆਨ ਲਵੋ, ਸ਼ਬਦ ਲਵੋ, ਗੁਰਮੰਤਰ ਲਵੋ। ਤੁਸੀਂ ਵੀ ਆਪਣਾ ਸੰਸਾਰੀ ਕਾਰਜ ਵੀ ਕਰੋ, ਸੰਸਾਰੀ ਫਰਜ਼ ਵੀ ਪਗਾਉਣੇ ਕਰੋ, ਪਰ ਨਾਲ ਪ੍ਰਭੂ ਦੀ ਬੰਦਗੀ ਵੀ ਕਰੋ, ਮੁਕਤੀ ਦੀ ਇੱਛਾ ਵੀ ਰੱਖੋ। ਸੰਸਾਰੀ ਕਾਰਜ ਵੀ ਕਰੋ, ਬੰਦਗੀ ਵੀ ਕਰੋ, ਤੇ ਮੁਕਤੀ ਦੀ ਇੱਛਾ ਵੀ ਰੱਖੋ। ਇਹ ਸੰਸਾਰ ਦੀ ਇੱਛਾ ਤੁਸੀਂ ਨਾ ਰੱਖਿਓ। ਸੰਸਾਰ ਦੇ ਸੁੱਖਾਂ ਦੀ ਇੱਛਾ, ਸੰਸਾਰ ਦੇ ਪ੍ਰੇਮ ਦੀ ਇੱਛਾ ਤੁਸੀਂ ਨਾ ਰੱਖੋ। ਇੱਕ ਪ੍ਰੇਮ ਮੰਗਿਓ, ਪਰਮਾਤਮਾ ਦਾ ਪ੍ਰੇਮ ਮੰਗਿਓ, ਸਤਿਗੁਰਾਂ ਦਾ, ਇਹਨਾਂ ਸੰਤਾਂ ਦਾ ਪ੍ਰੇਮ ਮੰਗਿਓ, ਤੇ ਮੁਕਤੀ ਨੂੰ ਤੁਸੀਂ ਪਾਲੋਗੇ। ਮੈਂ ਬਹੁਤ ਦੁੱਖ ਭੋਗੇ ਹੈ, ਇਹ ਦੁੱਖ ਤੁਸੀਂ ਨਾ ਭੋਗਿਓ ਮੇਰੇ ਪਿਆਰਿਓ। ਹੁਣ ਮੈਂ ਜਾ ਰਿਹਾ ਰੱਬ ਦੇ ਘਰ। ਸ਼ੁਕਰਾਨਾ ਹੈ ਸੰਤਾਂ ਜਿਨ੍ਹਾਂ ਨੇ ਮੈਨੂੰ ਇਹ ਗੰਦਗੀ ਤੋਂ ਮੁਕਤ ਕੀਤਾ। ਇਹ ਕਥਾ ਕਹਾਣੀ ਇੱਕ ਸਿਰਫ ਸਮਝੌਤੇ ਵਾਸਤੇ ਹੈ। ਸਮਝਣਾ ਹੈ, ਗਿਆਨ ਲੈਣਾ ਹੈ ਕਿ ਜਿਹੜਾ ਜੀਵ ਆਪਣੇ ਪਰਿਵਾਰ ਦੇ ਨਾਲ ਮੋਹ ਕਰਦਾ ਹੈ, ਸੰਸਾਰ ਨਾਲ ਮੋਹ ਕਰਦਾ ਹੈ, ਸੰਸਾਰਾ ਸੁੱਖਾਂ ਨੂੰ ਭੋਗਣਾ ਚਾਹੁੰਦਾ ਹੈ, ਸੰਸਾਰੀ ਪਦਾਰਥਾਂ ਨੂੰ ਮੋਹ ਕਰਦਾ ਹੈ, ਧਨ ਦੌਲਤਾਂ ਨੂੰ ਮੋਹ ਕਰਦਾ ਹੈ, ਉਹ ਬਾਰ-ਬਾਰ ਜੂਨਾਂ ਵਿੱਚ ਭਟਕੇਗਾ, ਉਹਨੂੰ ਮੁਕਤੀ ਨਹੀਂ ਮਿਲਦੀ। ਜਿਹੜਾ ਮੁਕਤੀ ਦੀ ਇੱਛਾ ਰੱਖੇਗਾ ਕਿ ਮੈਨੂੰ ਮੁਕਤੀ ਚਾਹੀਦੀ ਹੈ, ਉਹ ਸੰਤਾਂ ਕੋਲ ਜਾਏਗਾ। ਕਿ ਮੁਕਤੀ ਦੇ ਲਈ ਜੋ ਜਗਿਆ ਸੀ ਸਤਿਗੁਰੂ ਜੀ ਤੋਂ ਜੁਗਤੀ ਚਾਹੁੰਦੇ।
ਜਿਨ੍ਹਾਂ ਅੰਦਰ ਚਾਹਨਾ ਹੁੰਦੀ ਹੈ ਉਹ ਸੰਤਾਂ ਕੋਲ ਜੁਗਤੀ ਚਾਹੁੰਦੇ ਨੇ, ਢੰਗ ਚਾਹੁੰਦੇ ਨੇ ਕਿ ਮੈਨੂੰ ਮੁਕਤੀ ਬਖਸ਼ੀ ਕਰੋ ਪਰਮਾਤਮਾ ਸਤਿਗੁਰੂ ਜੀ, ਕੋਈ ਢੰਗ ਤਰੀਕਾ ਦਿਓ। ਜਦੋਂ ਫਿਰ ਗੰਦਗੀ ਵਿੱਚ ਪਿਆ ਫਿਰ ਜਾ ਕੇ ਮੁਕਤੀ ਦੀ ਇੱਛਾ ਰੱਖੀ ਤੇ ਸੰਤਾਂ ਨੇ ਮੁਕਤ ਕੀਤਾ, ਕਿਉਂਕਿ ਦਇਆ ਦ੍ਰਿਸ਼ਟੀ ਤਾਂ ਪਹਿਲਾਂ ਹੀ ਹੋ ਗਈ ਸੀ। ਤੇ ਜਿੱਤੇ ਸਤਿਗੁਰ ਦਇਆ ਕਰੇ ਉਹਦੇ ਪਾਰ ਉਤਾਰੇ ਕਰ ਦਿੰਦੇ ਨੇ ਮਹਾਰਾਜ। ਪਰ ਜਿੰਨਾ ਚਿਰ ਉਹ ਜੀਵ ਆਪ ਨਾ ਚਾਹੇ, ਸਾਡੇ ਅੰਦਰ ਚਾਹਨਾ ਹੋਵੇ ਕਿ ਅਸੀਂ ਮੁਕਤੀ ਨੂੰ ਪਾਉਣਾ ਹੈ, ਸੰਤਾਂ ਕੋਲੋਂ ਮੁਕਤੀ ਮੰਗੀਏ, ਜੁਗਤੀ ਮੰਗੀਏ, ਕਿਉਂਕਿ ਉਹਨਾਂ ਨੇ ਜੁਗਤੀ ਤੋਂ ਬਿਨਾਂ, ਢੰਗ ਤਰੀਕੇ ਤੋਂ ਬਿਨਾਂ, ਸ਼ਬਦ ਗਿਆਨ ਤੋਂ ਬਿਨਾਂ ਅਸੀਂ ਮੁਕਤੀ ਨੂੰ ਕਦੇ ਪਾ ਹੀ ਨਹੀਂ ਸਕਦੇ। ਸੋ ਸਿੱਖਿਆ ਲੈਣੀ ਹੈ ਇਸ ਕਥਾ ਕਹਾਣੀ, ਕਿਉਂਕਿ ਨਾਲ ਨਾਲ ਸੰਸਾਰੀ ਕਾਰਜ ਵੀ ਹੁਣ, ਸੰਸਾਰ 'ਤੇ ਆਏ ਹਾਂ, ਸੰਸਾਰੀ ਫਰਜ਼, ਸੰਸਾਰੀ ਧਰਮ ਵੀ ਪਗਾਉਣਾ ਕਰੀ ਜੋ ਧੀਆਂ ਪੁੱਤਰਾਂ ਨਾਲ ਸਾਡਾ ਬਣਦਾ ਹੈ। ਉਹ ਧਰਮ ਵੀ ਪਗਾਉਣਾ ਕਰੀਏ ਤੇ ਨਾਲ ਨਾਲ ਉਹ ਪ੍ਰਭੂ ਪਰਮੇਸ਼ਵਰ ਦੀ ਬੰਦਗੀ ਵੀ ਕਰੀਏ। ਮੁਕਤੀ ਦੀ ਇੱਛਾ ਉਹ ਸਤਿਗੁਰ ਤੋਂ ਰੱਖੀਏ। ਮੁਕਤੀ ਦੇ ਲਈ ਜੋ ਕਿ ਜਗਿਆਸੂ ਸਤਿਗੁਰ ਜੀ ਤੋਂ ਜੁਗਤੀ ਚਾਹੁੰਦੇ, ਸ਼ਬਦ ਗੁਰੂ ਅਭਿਆਸ ਦੇ ਨੁਕਤੇ ਗੁਰਮੰਤਰ ਗੁਰਝੋਲੀ ਪਾਉਂਦੇ। ਫਿਰ ਸਤਿਗੁਰੂ ਮਹਾਰਾਜ ਕੀ ਕਰਦੇ ਨੇ, ਦਇਆ ਦ੍ਰਿਸ਼ਟੀ ਵਿੱਚ ਆ ਕੇ ਪ੍ਰਸੰਨ ਹੋ ਕੇ, ਨਿਹਾਲ ਹੋ ਕੇ ਸ਼ਬਦ ਗੁਰੂ ਦੀ ਦਾਤ ਬਖਸ਼ਿਸ਼ ਕਰਦੇ ਨੇ, ਨਾਲ ਅਭਿਆਸ ਕਰਨ ਦੇ ਨੁਕਤੇ ਦੱਸਦੇ ਨੇ ਤੇ ਗੁਰਮੰਤਰ ਝੋਲੀ ਪਾ ਕੇ ਸਦਾ ਵਾਸਤੇ ਮੁਕਤ ਕਰ ਦਿੰਦੇ ਨੇ। ਗੁਰਮੰਤਰ ਪਾ ਕੇ ਸੋ ਇੱਥੇ ਅਭਿਆਸ ਦੇ ਨੁਕਤੇ, ਸੋ ਅਭਿਆਸ ਬਾਰੇ ਆਪਾਂ ਅੱਗੇ ਵਿਚਾਰ ਕਰ ਲਾਂਗੇ। ਸੋ ਇਸੇ ਇਹੀ ਕਹਿਣਾ ਚਾਹਾਂਗੇ ਭਾਈ, ਲਾਸਟ ਦੇ ਬੋਲਾਂ ਵਿੱਚ, ਲਾਸਟ ਦੇ ਵਿਚਾਰ ਵਿੱਚ ਇਹੀ ਫਿਰ ਕਹਾਂਗੇ ਕਿ ਮਰਨ ਵੇਲੇ ਆਪਾਂ ਸਾਰਿਆਂ ਨੇ, ਕਿਉਂਕਿ ਮਰਨਾ ਸਾਰਿਆਂ ਨੇ, ਮਰਨ ਵੇਲੇ ਇਹੀ ਖਿਆਲ ਹੋਵੇ, ਇਹੀ ਇੱਛਾ ਹੋਵੇ ਕਿ ਅਸੀਂ ਮੁਕਤੀ ਨਹੀਂ ਪਾਉਣਾ ਹੈ। ਸਤਿਗੁਰੂ ਹੈ ਪਰਮੇਸ਼ਰੋ, ਸਾਨੂੰ ਮੁਕਤੀ ਦਿਓ, ਇਹ ਹੁਣ ਸੰਸਾਰ ਨਾ ਦਿਓ। ਸੰਸਾਰੀ ਸੁੱਖ ਦੀ ਸਾਨੂੰ ਇੱਛਾ ਨਹੀਂ ਹੈ, ਹੁਣ ਕਰਤਾਰੀ ਸੁੱਖ ਦੀ ਸਾਨੂੰ ਇੱਛਾ ਹੈ, ਸਾਨੂੰ ਮੋਕਸ਼ ਮੁਕਤੀ ਦੀ ਇੱਛਾ ਹੈ। ਜੋ ਚਾਹੁੰਦੇ ਨੇ ਉਹ ਮਿਲਦਾ ਵੀ ਹੈ, ਉਹਦੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੈ, ਤਰੋਟੀ ਨਹੀਂ ਹੈ, ਨਾ ਨਹੀਂ ਹੈ, ਉੱਥੇ ਹਾਂ ਹੀ ਹਾਂ ਹੈ। ਮੁਕਤੀ ਦੇ ਲਈ ਜੋ ਜਗਿਆਸੂ ਸਤਿਗੁਰੂ ਜੀ ਤੋਂ ਜੁਗਤੀ ਚਾਹੁੰਦੇ, ਸੋ ਜੁਗਤੀ ਮੰਗੀਏ ਸੰਤਾਂ ਕੋ, ਜੁਗਤੀ ਮੰਗੀਏ ਗੁਰਾਂ ਕੋ, ਜੁਗਤੀ ਮੰਗੀਏ ਪੀਰਾ ਫਕੀਰਾਂ ਕੋ, ਤੇ ਮੁਕਤੀ ਨੂੰ ਪਾਉਣਾ ਕਰ ਲਈਏ। ਸੋ ਇੱਕ ਜਿਉਂਦਿਆਂ ਜੀ ਦੀ ਮੁਕਤੀ ਹੈ, ਭਾਵ ਕਿ ਦੁੱਖ ਵਿੱਚ, ਸੁੱਖ ਵਿੱਚ, ਹਰ ਰੰਗ ਵਿੱਚ ਇੱਕ ਸਮਾਨ ਰਹਿਣਾ, ਇਹ ਜਿਉਂਦੇ ਜੀ ਦੀ ਮੁਕਤੀ ਹੈ। ਤੇ ਮਰਨ ਤੋਂ ਬਾਅਦ ਮੁਕਤੀ ਹੈ ਕਿ ਪ੍ਰਮਾਤਮਾ ਵਾਸਤੇ ਸਦਾ ਵਾਸਤੇ ਲੀਨ ਹੋ ਜਾਣਾ। ਤੇ ਉਹ ਜਿਹੜੀ ਮੁਕਤੀ ਹੈ ਉਹ ਸੰਤਾਂ ਦੀ ਜੁਗਤੀ ਤੋਂ ਬਿਨਾਂ ਨਹੀਂ ਮਿਲਣੀ। ਸੋ ਇੱਥੇ ਹੀ ਆਪਾਂ ਵਿਸ਼ਰਾਮ ਲੈਂਦੇ ਹਾਂ। ਸੋ ਹੋਈਆਂ ਕਮੀਆਂ ਤਰੋਟੀਆਂ ਤੋਂ ਮਹਾਰਾਜ ਖਿਮਾ ਕਰਨ, ਬਖਸ਼ ਲੈਣ। ਜੋ ਬਲੇ 100 ਰੁਪਏ ਅਜ਼